प्यारे विद्यार्थियों यूट्यूब चैनल लर्नर्स GSS ਬੋਹਾ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਅਸੀਂ ਪਿਛਲੇ ਲਗਭਗ 1 ਮਹੀਨੇ ਤੋਂ ਇਸ ਚੈਨਲ ਦੇ ਥਰੂ ਬਾਇਓਲੋਜੀ ਸਬਜੈਕਟ ਨੂੰ ਪੜ੍ਹ ਰਹੇ ਹਾਂ। ਇਸ ਤੋਂ ਇਲਾਵਾ ਮੈਥਮੈਟਿਕਸ ਸਬਜੈਕਟ ਵੀ ਤੁਹਾਨੂੰ ਪੜ੍ਹਾਇਆ ਜਾ ਰਿਹਾ ਹੈ। ਬਾਇਓਲੋਜੀ ਸਬਜੈਕਟ ਦੀ ਗੱਲ ਕਰੀਏ ਤਾਂ ਅਸੀਂ ਚੈਪਟਰ 2 ਕਰ ਰਹੇ ਹਾਂ, ਚੈਪਟਰ 5 ਕਰ ਰਹੇ ਹਾਂ ਜੋ ਕਿ ਯੂਨਿਟ 2 ਦਾ ਪਾਰਟ ਹੈ। ਅੱਜ ਅਸੀਂ ਜੈਨੇਟਿਕਸ ਦੇ ਵਿੱਚ ਕੁਝ ਅੱਗੇ ਜਾਵਾਂਗੇ, ਕੁਝ ਹੋਰ ਟੌਪਿਕਸ ਕਰਾਂਗੇ। ਬਟ ਉਸ ਤੋਂ ਪਹਿਲਾਂ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਬਹੁਤ ਸਾਰੇ ਸਟੂਡੈਂਟਸ ਆਪਣਾ ਆਪਣਾ ਕੰਮ ਕਰ ਰਹੇ ਹੈ YouTube ਦੇ ਉੱਤੇ, ਐਜ਼ ਵੈਲ ਐਜ਼ ਸਾਰੇ ਟੀਚਰਸ ਤੁਹਾਨੂੰ ਆਪਣਾ ਕੰਮ ਕਰਵਾ ਰਹੇ ਹੈ। ਤੁਸੀਂ ਸਾਰੇ ਬੱਚੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹੋ, ਪਰ ਮੇਰਾ ਤੁਹਾਨੂੰ ਇੱਕ ਸੁਜੈਸ਼ਨ ਹੈ ਕਿ ਤੁਸੀਂ ਟੌਪਿਕਸ ਨੂੰ ਜ਼ਿਆਦਾ ਨਾ ਖੰਡਾਓ। ਜੋ ਟੌਪਿਕ ਤੁਹਾਨੂੰ ਕਰਵਾਇਆ ਜਾ ਰਿਹਾ ਹੈ, ਤੁਸੀਂ ਆਪਣੇ ਆਪਣੇ ਟੀਚਰਸ ਨੂੰ ਫੋਲੋ ਕਰ ਰਹੇ ਹੋ, ਉਹਨਾਂ ਟੌਪਿਕਸ ਦੇ ਨਾਲ ਕੰਸਰਨਡ ਜਿਹੜੀਆਂ ਵੀਡੀਓਜ਼ YouTube ਦੇ ਉੱਤੇ ਪਈਆਂ ਨੇ, ਸਿਰਫ ਉਹ ਵੀਡੀਓਜ਼ ਹੀ ਵੇਖੋ। ਜਿਸ ਤਰ੍ਹਾਂ ਲਗਭਗ ਸਾਰੇ ਪੰਜਾਬ ਦੇ ਵਿੱਚ ਟੀਚਰਸ ਦੇ ਯੂਨਿਟ 1 ਅਤੇ ਯੂਨਿਟ 2 ਇਹੀ ਚੈਪਟਰਸ ਚੱਲ ਰਹੇ ਹੈ, ਪਰ ਕੁਝ ਸਟੂਡੈਂਟਸ ਪਤਾ ਨਹੀਂ ਕਿਸ ਕਾਹਲੀ ਕਰਕੇ ਪਿਛਲੀਆਂ ਯੂਨਿਟਸ ਜਿਹੜੀਆਂ ਕਿ ਜਿਵੇਂ ਬਾਇਓਟੈਕਨੋਲੋਜੀ ਦੀਆਂ ਯੂਨਿਟਸ ਹੈਗੀਆਂ ਨੇ ਜਾਂ ਇਨਵਾਇਰਮੈਂਟ ਦੀਆਂ ਯੂਨਿਟਸ ਹੈਗੀਆਂ ਨੇ, ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਜੋ ਕਿ YouTube ਦੇ ਉੱਤੇ ਅਵੇਲੇਬਲ ਨੇ, ਉਹਨਾਂ ਨੂੰ ਵੇਖ ਰਹੇ ਹੈ ਜਾਂ ਇੱਧਰ ਉੱਧਰ ਸ਼ੇਅਰ ਕਰ ਰਹੇ ਹੈ। ਤਾਂ ਇਸ ਦੇ ਨਾਲ ਸਾਡਾ ਕੰਮ ਇੱਕ ਡਾਇਰੈਕਸ਼ਨਲੈਸ ਹੋ ਜਾਏਗਾ, ਕਿਉਂਕਿ ਅਸੀਂ ਇੱਕ ਪਲੈਨਿੰਗ ਨਾਲ ਕੰਮ ਕਰਨਾ ਹੈ। ਅਸੀਂ ਟੌਪਿਕ ਉਹ ਪੜ੍ਹਨਾ ਹੈਗਾ ਜਿਹੜਾ ਸਾਨੂੰ ਵਧੀਆ ਤਰੀਕੇ ਨਾਲ ਸਮਝ ਆ ਜਾਏ। ਜਿਹੜਾ ਵੀ ਟੌਪਿਕ ਤੁਹਾਨੂੰ ਤੁਹਾਡਾ ਟੀਚਰ ਕਰਵਾਉਂਦਾ ਹੈ, ਪਹਿਲਾਂ ਉਸ ਨੂੰ ਧਿਆਨ ਨਾਲ ਸਮਝੋ। ਉਸ ਤੋਂ ਉਸੇ ਟੌਪਿਕ ਦੇ ਨਾਲ ਹੀ ਕੰਸਰਨਡ ਜਿਹੜੀਆਂ ਅਲੱਗ-ਅਲੱਗ ਵੀਡੀਓਜ਼ ਪਈਆਂ ਨੇ, ਉਹਨਾਂ ਵੀਡੀਓਜ਼ ਨੂੰ ਵੇਖਿਆ ਕਰੋ। ਇਹ ਨਹੀਂ ਹੈਗਾ ਕਿ ਅਸੀਂ ਇੱਕ ਯੂਨਿਟ 2 ਕਰ ਰਹੇ ਹਾਂ ਪਰ ਅਸੀਂ ਜਾ ਕੇ ਪਿੱਛੋਂ ਕਿਸੇ ਹੋਰ ਯੂਨਿਟ ਦੀਆਂ ਵੀਡੀਓਜ਼ ਦੇਖ ਰਹੇ ਹਾਂ, ਤਾਂ ਤੁਹਾਡਾ ਸਾਰਾ ਕੰਮ ਕਨਫਿਊਜ਼ਨ ਦੇ ਵਿੱਚ ਆ ਜਾਊਗਾ। ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗਣਾ ਕਿ ਤੁਸੀਂ ਕੀ ਕਰਨਾ ਹੈ, ਕਿਉਂਕਿ ਜਦੋਂ ਤੱਕ ਕਿਸੇ ਗੱਲ ਨੂੰ ਵਧੀਆ ਤਰੀਕੇ ਨਾਲ ਸਿਖਾਇਆ ਨਹੀਂ ਜਾਂਦਾ, ਉਦੋਂ ਤੱਕ ਜਿਹੜਾ ਹੈਗਾ ਆਪਾਂ ਨੂੰ ਉਹਦੀਆਂ ਵੀਡੀਓਜ਼ ਦੇਖੇ ਦਾ ਕੋਈ ਫਾਇਦਾ ਨਹੀਂ ਹੁੰਦਾ। ਕਿਉਂਕਿ ਇੱਕ ਜਿਹੜੀਆਂ ਵੀਡੀਓਜ਼ ਬਣਦੀਆਂ ਨੇ, ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਉਹ ਕੁੱਜੇ ਦੇ ਵਿੱਚ ਸਮੁੰਦਰ ਬੰਦ ਕਰਨ ਵਾਲੀ ਗੱਲ ਹੁੰਦੀ ਹੈ ਕਿ ਪੂਰੇ ਚੈਪਟਰ ਦੀ ਇੱਕ 5 ਜਾਂ 10 ਮਿੰਟ ਦੀ ਵੀਡੀਓ ਬਣਾ ਕੇ YouTube ਦੇ ਉੱਤੇ ਪਈ ਹੁੰਦੀ ਹੈ। ਉਹੋ ਜਿਹੀਆਂ ਵੀਡੀਓਜ਼ ਰਿਵੀਜ਼ਨ ਕਰਨ ਦੇ ਲਈ ਤਾਂ ਬਹੁਤ ਅੱਛੀਆਂ ਹੁੰਦੀਆਂ ਨੇ, ਪਰ ਜੇ ਅਸੀਂ ਗੱਲ ਕਰੀਏ ਕਿਸੇ ਚੀਜ਼ ਨੂੰ ਸਿੱਖਣਾ ਹੈ, ਸਮਝਣਾ ਹੈ, ਸਟਾਰਟਿੰਗ ਤੋਂ ਕਰਨਾ ਹੈ, ਤਾਂ ਸਾਨੂੰ ਸਲੋ ਕੰਮ ਹੀ ਕਰਨਾ ਪਏਗਾ। ਜਿਸ ਤਰ੍ਹਾਂ ਅਸੀਂ ਬਿਲਕੁਲ ਕਲਾਸਰੂਮ ਦੇ ਵਿੱਚ ਕਰਦੇ ਹਾਂ, ਇੱਕ ਦਿਨ ਦੇ ਵਿੱਚ ਅਸੀਂ 1 ਜਾਂ 2 ਟੌਪਿਕ ਕਵਰ ਕਰਦੇ ਹਾਂ, ਬਿਲਕੁਲ ਉਸੇ ਸਪੀਡ ਦੇ ਉੱਤੇ ਹੀ ਤੁਸੀਂ ਆਪਣਾ ਕੰਮ ਕਰੋ। ਸੋ ਜਿੰਨੇ ਵੀ ਲੈਕਚਰ ਤੁਹਾਨੂੰ ਦਿੱਤੇ ਜਾ ਰਹੇ ਹਨ, ਮੈਂ ਉਮੀਦ ਕਰਦਾ ਕਿ ਤੁਹਾਨੂੰ ਉਹ ਵਧੀਆ ਤਰੀਕੇ ਨਾਲ ਸਮਝ ਆ ਰਹੇ ਹੋਣਗੇ। ਜੇ ਤੁਹਾਨੂੰ ਸਮਝ ਲੱਗ ਰਹੇ, ਇਸੇ ਕਰਕੇ ਤੁਹਾਡੇ ਉਹਨਾਂ ਟੌਪਿਕਸ ਦੇ ਨਾਲ ਰਿਲੇਟਡ ਡਾਊਟਸ ਮੇਰੇ ਕੋਲ ਆਉਂਦੇ ਰਹਿੰਦੇ ਆ। ਬੜਾ ਅੱਛਾ ਲੱਗਦਾ ਜਦੋਂ ਸਟੂਡੈਂਟਸ ਦੇ ਡਾਊਟਸ ਆਉਂਦੇ ਹੈ। ਸੋ ਸਕਰੀਨ ਦੇ ਉੱਤੇ ਮੇਰਾ ਨੰਬਰ ਦਿੱਤਾ ਹੋਇਆ, ਜਿਹੜੇ ਸਟੂਡੈਂਟ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਡਾਊਟ ਹੁੰਦਾ ਹੈ ਜਾਂ ਕੋਈ ਕੁਐਸਚਨ ਹੁੰਦਾ ਹੈ, ਤਾਂ ਮੇਰੇ ਨਾਲ WhatsApp ਦੇ ਥਰੂ ਇਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦਾ ਹੈ। ਸੋ ਹੁਣ ਅਸੀਂ ਸਟਾਰਟ ਕਰ ਰਹੇ ਹਾਂ ਅੱਜ ਦਾ ਆਪਣਾ ਟੌਪਿਕ, ਜਿਸ ਟੌਪਿਕ ਦੇ ਵਿੱਚ ਅਸੀਂ ਇਨਕੰਪਲੀਟ ਡੋਮੀਨੈਂਸ, ਕੋ ਡੋਮੀਨੈਂਸ ਅਤੇ ਮਲਟੀਪਲ ਅਲੀਲਿਜ਼ਮ, ਇਹ 3 ਟੌਪਿਕ ਪੜ੍ਹਾਂਗੇ। ਸੋ ਸਟਾਰਟ ਕਰ ਰਹੇ ਹਾਂ ਆਪਣਾ ਅੱਜ ਦਾ ਟੌਪਿਕ ਇਨਕੰਪਲੀਟ ਡੋਮੀਨੈਂਸ। ਸੋ ਪਿਆਰੇ ਵਿਦਿਆਰਥੀਓ, ਅਸੀਂ ਮੈਂਡਲਿਜ਼ਮ ਪੜ੍ਹ ਚੁੱਕੇ ਹਾਂ। ਮੈਂਡਲਿਜ਼ਮ ਤੋਂ ਬਾਅਦ ਦੇ ਵਿੱਚ ਪੋਸਟ ਮੈਂਡੇਲੀਅਨ ਚੇਂਜਸ ਨੂੰ ਸਟਾਰਟ ਕਰਨ ਤੋਂ ਪਹਿਲਾਂ ਇਨ ਬਿਟਵੀਨ ਕ੍ਰੋਮੋਸੋਮ ਥਿਊਰੀ ਆਫ ਇਨਹੈਰੀਟੈਂਸ ਲਾਸਟ ਲੈਕਚਰ ਦੇ ਵਿੱਚ ਕਰਵਾਈ ਸੀ। ਤੁਸੀਂ ਸਾਰਿਆਂ ਨੇ ਉਹ ਵੀਡੀਓ ਵੇਖੀ ਹੈ। ਮੈਂ ਉਸ ਦਾ ਜਿਹੜਾ ਟਾਈਮਲਾਈਨ ਚੈੱਕ ਕੀਤਾ ਤਾਂ ਬਹੁਤ ਸਾਰੇ ਸਟੂਡੈਂਟਸ ਨੇ ਉਹ ਵੀਡੀਓ ਧਿਆਨ ਨਾਲ ਵੇਖੀ ਹੈ, ਸੁਣੀ ਹੈ, ਅਤੇ 50-60 ਦੇ ਕਰੀਬ ਵਿਦਿਆਰਥੀ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੇ ਪੰਜਾਬ ਭਰ ਦੇ ਵਿੱਚੋਂ ਮੇਰੇ ਕੋਲ ਉਸ ਦੀਆਂ ਜੋ ਆਪਣੇ ਨੋਟਸ ਬਣਾਏ ਨੇ, ਉਹਨਾਂ ਨੋਟਸ ਦੀਆਂ ਫੋਟੋਗ੍ਰਾਫਸ ਮੇਰੇ ਨਾਲ WhatsApp ਦੇ ਥਰੂ ਸ਼ੇਅਰ ਕੀਤੀਆਂ ਨੇ। ਸੋ ਬਾਕੀ ਵੀ ਸਟੂਡੈਂਟਸ ਜਿਹੜੇ ਕੰਮ ਕਰ ਰਹੇ ਹੈ, ਉਹ ਵਧੀਆ ਤਰੀਕੇ ਨਾਲ ਜਿਹੜਾ ਇਸ ਕੰਮ ਨੂੰ ਕਰਦੇ ਰਹਿਣ, ਸਟੱਡੀ ਇੱਕ ਪਲੈਨਡ ਤਰੀਕੇ ਨਾਲ ਕਰਦੇ ਰਹਿਣ। ਸੋ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਹੁਣ ਸਟਾਰਟ ਕਰ ਰਹੇ ਹਾਂ ਆਪਣਾ ਅੱਜ ਦਾ ਟੌਪਿਕ ਇਨਕੰਪਲੀਟ ਡੋਮੀਨੈਂਸ। ਸੋ ਸਾਡਾ ਸਭ ਤੋਂ ਪਹਿਲਾ ਅੱਜ ਦਾ ਟੌਪਿਕ ਇਨਕੰਪਲੀਟ ਡੋਮੀਨੈਂਸ ਹੈ। ਇਨਕੰਪਲੀਟ ਡੋਮੀਨੈਂਸ ਨੂੰ ਸਮਝਣ ਦੇ ਲਈ ਸਕਰੀਨ ਦੇ ਉੱਤੇ ਇੱਕ ਮੈਂ ਫੋਟੋਗ੍ਰਾਫ ਤੁਹਾਨੂੰ ਦਿੱਤਾ ਹੈ। ਇਸ ਫੋਟੋਗ੍ਰਾਫ ਨੂੰ ਤੁਸੀਂ ਧਿਆਨ ਨਾਲ ਸਮਝੋ। ਇਸ ਫੋਟੋਗ੍ਰਾਫ ਦਾ ਇੱਕ ਸੈਕਸ਼ਨ ਮੇਰੇ ਕੋਲ ਹੈਗਾ ਹੈ, ਜਿਹੜੇ ਸੈਕਸ਼ਨ ਦੇ ਵਿੱਚ ਤੁਹਾਡੇ ਕੋਲ ਡਾਰਕ ਕਲਰ ਦੇ ਫਲਾਵਰਸ ਦਿਖਾਈ ਦੇ ਰਹੇ ਹੈ। ਦੂਸਰਾ ਸੈਕਸ਼ਨ ਜਿਹੜਾ ਮੇਰੇ ਕੋਲ ਹੈਗਾ ਹੈ, ਇਸ ਦੇ ਵਿੱਚ ਤੁਹਾਡੇ ਕੋਲ ਬਿਲਕੁਲ ਲਾਈਟ ਕਲਰ ਦੇ ਜਾਂ ਕਲਰਲੈਸ ਵਾਈਟ ਫਲਾਵਰਸ ਦਿਖਾਈ ਦੇ ਰਹੇ ਹੈ। ਬਟ ਜੇ ਅਸੀਂ ਇਨ ਬਿਟਵੀਨ ਗੱਲ ਕਰੀਏ, ਜਿਹੜੇ ਸਾਡੇ ਕੋਲ ਵਿੱਚ ਵਿਚਾਲੇ ਦੇ ਫਲਾਵਰਸ ਨੇ, ਇਹ ਨਾ ਤਾਂ ਸਾਡੇ ਕੋਲ ਡਾਰਕ ਕਲਰ ਨਾਲ ਰਿਜ਼ੈਂਬਲ ਕਰਦੇ ਅਤੇ ਨਾ ਹੀ ਇਹ ਲਾਈਟ ਕਲਰ ਨਾਲ ਰਿਜ਼ੈਂਬਲ ਕਰਦੇ ਹੈ। ਜੇ ਬੇਟਾ ਮੈਂ ਇੱਥੇ ਤੁਹਾਨੂੰ ਡੋਮੀਨੈਂਸ ਦਾ, ਜੋ ਕਿ ਹੁਣ ਤੱਕ ਅਸੀਂ ਮੈਂਡਲਿਜ਼ਮ ਦਾ ਸਟੱਡੀ ਕੀਤਾ, ਮੈਂਡਲਿਜ਼ਮ ਦੇ ਅਕੋਰਡਿੰਗਲੀ ਅਸੀਂ ਸੋਚੀਏ, ਅਕੋਰਡਿੰਗ ਟੂ ਮੈਂਡਲਿਜ਼ਮ
ਮੰਨ ਲਓ ਇਹ ਸਾਡੇ ਕੋਲੇ ਹੈਗੇ ਨੇ ਡਾਰਕ ਕਲਰ ਦੇ ਫਲਾਵਰਸ, ਜਿਨ੍ਹਾਂ ਨੂੰ ਮੈਂ ਕਹਿ ਦੇਣਾ ਇੱਥੇ ਆਰ ਨਾਲ ਲਿਖ ਦੇਣਾ, ਕੈਪੀਟਲ ਆਰ ਨਾਲ। ਇਹ ਬਿਲਕੁਲ ਲਾਈਟ ਕਲਰ ਦੇ ਫਲਾਵਰ ਹੈਗੇ ਨੇ, ਇਹਨਾਂ ਨੂੰ ਮੈਂ ਸਮੋਲ ਆਰ ਨਾਲ ਲਿਖ ਦਿੰਦਾ ਹੈ। ਇਹਦਾ ਮਤਲਬ ਮੈਂ ਇਹ ਗੱਲ ਕਰ ਰਿਹਾ ਕਿ ਇਹ ਜਿਹੜੇ ਆਰ ਵਾਲੇ ਹੈਗੇ ਨੇ, ਸਪੋਜ਼ ਇਹ ਰੈੱਡ ਨੇ, ਥੀਸ ਆਰ ਡੋਮੀਨੈਂਟ ਓਵਰ ਥੀਸ ਵਾਈਟ ਫਲਾਵਰਸ। ਸੋ ਜੇ ਕ੍ਰੋਸ ਕਰਾਉਣੇ ਅਕੋਰਡਿੰਗ ਟੂ ਮੈਂਡਲ ਰੈੱਡ ਦਾ ਤੇ ਵਾਈਟ ਦਾ, ਇਫ ਰੈੱਡ ਇਜ਼ ਡੋਮੀਨੈਂਟ ਓਵਰ ਵਾਈਟ, ਇਹਦਾ ਮਤਲਬ ਸਾਡੇ ਕੋਲੇ ਜੇ ਫੀਨੋਟਾਈਪ ਜੀਨੋਟਾਈਪ ਆ ਰਹੀ ਹੈ ਕੈਪੀਟਲ ਆਰ ਸਮੋਲ ਆਰ, ਤਾਂ ਇਸ ਫੀਨੋਟਾਈਪ ਦੇ ਆਉਣ ਦਾ ਮਤਲਬ ਸਾਡੇ ਕੋਲੇ ਫਲਾਵਰਸ ਰੈੱਡ ਹੀ ਹੋਣਗੇ, ਜਿੰਨਾ ਕੁ ਅਸੀਂ ਹੁਣ ਤੱਕ ਮੈਂਡਲ ਦੇ ਅਕੋਰਡਿੰਗਲੀ ਪੜ੍ਹਿਆ ਹੋਇਆ ਹੈ। ਬਟ ਕਿਉਂਕਿ ਅਸੀਂ ਹੁਣ ਮੈਂਡਲ ਤੋਂ ਅੱਗੇ ਜਾ ਰਹੇ ਹਾਂ, ਤਾਂ ਇਸ ਕੇਸ ਦੇ ਵਿੱਚ ਜਿਹੜੇ ਇਨ ਬਿਟਵੀਨ ਫਲਾਵਰਸ ਆ ਗਏ, ਇਹ ਫਲਾਵਰਸ ਨਾ ਤਾਂ ਰੈੱਡ ਨੇ ਅਤੇ ਨਾ ਹੀ ਵਾਈਟ ਹੈਗੇ ਨੇ, ਅਤੇ ਇਹ ਤਾਂ ਇਹਨਾਂ ਦਾ ਇਨ ਬਿਟਵੀਨ ਜਾ ਗਿਆ, ਮਿਕਸਚਰ ਜਾ ਗਿਆ। ਮਿਕਸਚਰ ਦਾ ਮਤਲਬ ਅਸੀਂ ਇਹ ਕਹਿ ਸਕਦੇ ਹਾਂ, ਇਮੇਜਨ ਕਰ ਸਕਦੇ ਹਾਂ ਕਿ ਮੰਨ ਲਓ ਇਹ ਫਲਾਵਰਸ ਜਿਹੜੇ ਹੈਗੇ ਨੇ ਪਿੰਕ ਫਲਾਵਰਸ ਹੈਗੇ ਹੈ, ਇਹਦਾ ਮਤਲਬ ਰੈੱਡ ਅਤੇ ਵਾਈਟ ਦੇ ਕੰਬੀਨੇਸ਼ਨ ਨਾਲ F1 ਜਨਰੇਸ਼ਨ ਦੇ ਵਿੱਚ ਬਣਨ ਵਾਲੇ ਫਲਾਵਰਸ ਜਿਹੜੇ ਹੈਗੇ ਨੇ, ਜੇ ਪਿੰਕ ਫਲਾਵਰਸ ਹੈਗੇ ਨੇ, ਇਟ ਮੀਨਸ ਕੈਪੀਟਲ ਆਰ ਮੀਨਸ ਕਿ ਰੈੱਡ ਵਾਲਾ ਜਿਹੜਾ ਹੈਗਾ ਅਲੀਲ, ਦਿਸ ਇਜ਼ ਨਾਟ ਕੰਪਲੀਟਲੀ ਡੋਮੀਨੇਟ ਓਵਰ ਦਿਸ ਸਮੋਲ ਆਰ, ਰਿਸੈਸਿਵ ਦੇ ਉੱਤੇ ਕੰਪਲੀਟਲੀ ਡੋਮੀਨੇਟ ਨਹੀਂ ਕਰ ਰਿਹਾ। ਜਦੋਂ ਕੰਪਲੀਟਲੀ ਡੋਮੀਨੇਟ ਨਹੀਂ ਕਰ ਰਿਹਾ ਤਾਂ ਇਨ ਬਿਟਵੀਨ ਜਾਂ ਐਕਸਪ੍ਰੈਸ਼ਨ ਆ ਜਾਂਦਾ। ਤਾਂ ਜਿਹੜਾ ਇਨ ਬਿਟਵੀਨ ਐਕਸਪ੍ਰੈਸ਼ਨ ਆ ਰਿਹਾ ਹੈ, ਅਸੀਂ ਇਹ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਡੋਮੀਨੈਂਸ ਤਾਂ ਹੋਈ ਹੈ, ਬਟ ਇਹ ਕੰਪਲੀਟ ਡੋਮੀਨੈਂਸ ਨਹੀਂ ਹੋਈ। ਵੀ ਕੈਨ ਕਾਲ ਇਟ ਐਜ਼ ਸੈਮੀ ਡੋਮੀਨੈਂਸ ਔਰ ਪਾਰਸ਼ੀਅਲ ਡੋਮੀਨੈਂਸ। ਸੋ ਜੇ ਸੈਮੀ ਡੋਮੀਨੈਂਸ ਜਾਂ ਪਾਰਸ਼ੀਅਲ ਡੋਮੀਨੈਂਸ ਹੋ ਰਹੀ ਹੈ, ਕੰਪਲੀਟ ਡੋਮੀਨੈਂਸ ਨਹੀਂ ਹੋ ਰਹੀ, ਇਸੇ ਚੀਜ਼ ਨੂੰ ਨਾਮ ਦਿੱਤਾ ਜਾਂਦਾ ਇਨਕੰਪਲੀਟ ਡੋਮੀਨੈਂਸ ਦਾ। ਇਹ ਸਾਡਾ ਅੱਜ ਦਾ ਟੌਪਿਕ, ਪਹਿਲਾ ਟੌਪਿਕ ਜਿਸ ਨੂੰ ਅਸੀਂ ਪੜ੍ਹਨਾ, ਇਨਕੰਪਲੀਟ ਡੋਮੀਨੈਂਸ। ਸੋ ਇਨਕੰਪਲੀਟ ਡੋਮੀਨੈਂਸ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਇਸ ਦੀ ਡੈਫੀਨੇਸ਼ਨ ਵੱਲ ਜਾਂਦੇ ਹਾਂ। Incomplete dominance is when a dominant allele or form of a gene does not completely mask the effect of recessive allele। recessive ਦੇ ਉੱਪਰ completely dominate ਨਹੀਂ ਕਰ ਰਿਹਾ, ਉਸ expression ਨੂੰ completely ਖਤਮ ਨਹੀਂ ਕਰ ਰਿਹਾ। The organism's resulting physical appearance shows the blending of both the alleles। ਤਾਂ ਸਾਡੇ ਕੋਲ blending ਆ ਗਈ, mixture ਆ ਗਿਆ। This is called semi dominance or partial dominance। ਇਹ ਹੈ semi dominance, partial dominance, or we can call it as a incomplete dominance। ਸੋ incomplete dominance ਦਾ ਜੇ ਅਸੀਂ ਕ੍ਰੋਸ ਬਣਾਉਣ ਦੀ ਕੋਸ਼ਿਸ਼ ਕਰੀਏ, ਸਪੋਜ਼ ਸਾਡੇ ਕੋਲ ਜਿਹੜਾ ਹੈਗਾ, ਅਸੀਂ ਇਹਦੇ ਵਿੱਚ ਐਗਜ਼ਾਮਪਲ ਲੈਂਦੇ, ਜਿਵੇਂ 4 o'clock ਪਲਾਂਟ ਹੈ, ਮੇਰਾ ਵਿਲੇਜ ਜਲਾਪਾ ਪਲਾਂਟ ਹੈਗਾ, ਇਸ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਕਿ ਸਾਡੇ ਕੋਲ ਜਿਹੜੇ ਪੇਰੈਂਟਸ ਹੈਗੇ ਨੇ ਉਹ ਪਿਓਰ ਰੈੱਡ ਹੈਗੇ ਨੇ। ਪਿਓਰ ਰੈੱਡ ਫਲਾਵਰਸ ਦਾ ਕ੍ਰੋਸ ਮੈਂ ਕਰਵਾ ਰਿਹਾ ਪਿਓਰ ਵਾਈਟ ਫਲਾਵਰਸ ਦੇ ਨਾਲ। ਤਾਂ ਜਦੋਂ ਇਹ ਕ੍ਰੋਸ ਕਰਵਾਇਆ ਜਾ ਰਿਹਾ ਹੈ, ਪਿਓਰ ਰੈੱਡ ਦੀ ਜੀਨੋਟਾਈਪ ਮੈਂ ਲਿਖੂੰਗਾ ਕੈਪੀਟਲ ਆਰ, ਕੈਪੀਟਲ ਆਰ। ਪਿਓਰ ਵਾਈਟ ਦੀ ਜਿਹੜੀ ਹੈਗੀ ਹੈ ਇਹ ਸਮੋਲ ਆਰ, ਇਸ ਤਰੀਕੇ ਨਾਲ ਲਿਖ ਲੈਂਦੇ ਹਾਂ। ਤਾਂ ਜਿਹੜੀ ਆਪਣੇ ਕੋਲ ਇੱਥੇ F1 ਜਨਰੇਸ਼ਨ ਆ ਜਾਂਦੀ ਹੈ, F1 ਜਨਰੇਸ਼ਨ ਵਿਲ ਵੀ ਕੈਪੀਟਲ ਆਰ ਸਮੋਲ ਆਰ। ਜੇ ਤਾਂ ਇੱਥੇ ਲਾਉਣੇ ਹੈ ਲਾਅ ਆਫ ਡੋਮੀਨੈਂਸ, ਜਿਵੇਂ ਕਿ ਮੈਂਡਲ ਨੇ ਦੱਸਿਆ ਸੀ, ਤਾਂ ਇਹ ਫਲਾਵਰ ਹੋਣਾ ਚਾਹੀਦਾ ਰੈੱਡ। ਬਟ ਇਸ ਦੀ ਜਦੋਂ ਫਿਨੋਟਾਈਪ ਚੈੱਕ ਕੀਤੀ, ਕਿਉਂਕਿ ਇਸ ਚੀਜ਼ ਨੂੰ ਤਾਂ ਅਸੀਂ ਦੇਖ ਨਹੀਂ ਪਾ ਰਹੇ, ਅਸੀਂ ਕੀ ਦੇਖ ਰਹੇ ਹਾਂ, ਐਕਚੁਅਲ ਦੇ ਵਿੱਚ ਜਿਹੜਾ ਫਲਾਵਰ ਆਇਆ, ਤਾਂ ਅਸੀਂ ਇਸ ਦੀ ਫਿਨੋਟਾਈਪ ਚੈੱਕ ਕਰਦੇ ਹਾਂ। ਤਾਂ ਸਾਨੂੰ ਫਿਨੋਟਾਈਪ ਚੈੱਕ ਕਰਨ ਤੋਂ ਬਾਅਦ 'ਚ ਪਤਾ ਲੱਗਿਆ ਕਿ ਇਹ ਫਲਾਵਰ ਕੀ ਹੈ, ਪਿੰਕ ਫਲਾਵਰ ਹੈ। ਇਸ ਦੇ ਪਿੰਕ ਆਉਣ ਦਾ ਮਤਲਬ ਕੀ ਹੈ ਕਿ ਕੈਪੀਟਲ ਆਰ ਇਜ਼ ਨਾਟ ਕੰਪਲੀਟਲੀ ਡੋਮੀਨੈਂਟ ਓਵਰ ਸਮੋਲ ਆਰ। ਤਾਂ ਇਹ ਸਾਡੇ ਕੋਲ ਜਿਹੜਾ ਹੈਗਾ ਪਿੰਕ ਫਲਾਵਰ ਆ ਗਏ। ਦਿਸ ਇਜ਼ ਦਾ ਐਗਜ਼ਾਮਪਲ ਆਫ ਇਨਕੰਪਲੀਟ ਡੋਮੀਨੈਂਸ। ਅਸੀਂ ਇਸ ਕ੍ਰੋਸ ਨੂੰ ਕੰਪਲੀਟ ਕਰਕੇ ਦੇਖਦੇ ਹਾਂ, ਪੂਰਾ ਕਰਦੇ ਹਾਂ ਇਸ ਕ੍ਰੋਸ ਨੂੰ, ਤਾਂ ਕਿ ਇਸ ਨੂੰ ਹੋਰ ਵਧੀਆ ਤਰੀਕੇ ਨਾਲ ਸਮਝਿਆ ਜਾ ਸਕੇ। ਤਾਂ ਮੈਂ ਜਿਹੜੇ ਪੇਰੈਂਟਸ ਲੈ ਰਹੇ ਹਾਂ ਉਹਨਾਂ ਦੀ ਸਿਰਫ ਮੈਂ ਇੱਥੇ ਜੀਨੋਟਾਈਪ ਲਿਖ ਰਿਹਾ ਹਾਂ। ਜੀਨੋਟਾਈਪ ਦੇ ਵਿੱਚ ਜਿਹੜੇ ਪੇਰੈਂਟਸ ਹੈਗੇ ਨੇ ਉਹ ਮੇਰੇ ਕੋਲ ਹੈ ਕੈਪੀਟਲ ਆਰ। ਇਹਦਾ ਮੈਂ ਸਮੋਲ ਆਰ ਨਾਲ ਕ੍ਰੋਸ ਕਰਵਾ ਰਿਹਾ ਹਾਂ। ਤਾਂ ਜਦੋਂ ਮੈਂ ਕ੍ਰੋਸ ਕਰਵਾਉਣਾ ਹੈ, ਮੈਂ ਇਸ ਨੂੰ ਸਕਰੀਨ ਨੂੰ ਹਾਫ ਕਰ ਰਿਹਾ, ਜਗ੍ਹਾ ਘੱਟ ਹੈ ਆਪਣੇ ਕੋਲ। ਤਾਂ ਆਪਣੇ ਕੋਲ ਇੱਥੇ F1 ਜਨਰੇਸ਼ਨ ਆ ਜਾਂਦੀ ਹੈ। F1 ਜਨਰੇਸ਼ਨ ਇਜ਼ ਕੈਪੀਟਲ ਆਰ ਸਮੋਲ ਆਰ। ਇਸ ਦਾ ਫਿਨੋਟਾਈਪ ਮੈਂ ਚੈੱਕ ਕਰਦਾ ਤਾਂ ਫਿਨੋਟਾਈਪ ਮੇਰੇ ਕੋਲ ਆਉਂਦਾ ਪਿੰਕ, ਇਟ ਮੀਨਸ ਇਨਕੰਪਲੀਟ ਡੋਮੀਨੈਂਸ ਹੈ। ਬਟ ਇਸ ਦਾ ਅਸੀਂ F2 ਜਨਰੇਸ਼ਨ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਇਸ ਦੇ ਗੈਮੀਟਸ ਬਣਾਏ ਜਾਂਦੇ ਨੇ। ਇਸ ਦੇ ਗੈਮੀਟਸ ਨੂੰ ਬਣਾਉਣੇ ਆ ਤਾਂ ਸਾਡੇ ਕੋਲ ਇੱਧਰ ਆ ਜਾਂਦਾ ਹੈ ਕੈਪੀਟਲ ਆਰ ਸਮੋਲ ਆਰ। ਇਸ ਦਾ ਜਿਹੜਾ ਕ੍ਰੋਸ ਕਰਵਾਇਆ ਜਾਂਦਾ, ਪੁਨੇਟ ਸਕੇਅਰ ਬਣਾ ਰਿਹਾ ਮੈਂ, ਕੈਪੀਟਲ ਆਰ ਸਮੋਲ ਆਰ। ਤਾਂ ਇਹ ਸਾਡੇ ਕੋਲ ਆ ਗਏ ਜਿਹਦੇ ਵਿੱਚ ਦੋਨੋਂ ਡੋਮੀਨੈਂਟ ਹੈਗੇ ਨੇ। ਤਾਂ ਇਹਦੇ ਵਿੱਚ ਇੱਕ ਡੋਮੀਨੈਂਟ ਹੈ ਅਤੇ ਇੱਕ ਰਿਸੈਸਿਵ ਹੈ। ਦਿਸ ਇਜ਼ ਡੋਮੀਨੈਂਟ ਐਂਡ ਰਿਸੈਸਿਵ। ਇਹ ਕੀ ਹੈ, ਦੋਨੋਂ ਰਿਸੈਸਿਵ ਆ ਗਏ। ਤਾਂ ਜੇ ਮੈਂ ਇਸ ਦੀ ਜੀਨੋਟਾਈਪ ਰੇਸ਼ੀਓ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਮੇਰੇ ਕੋਲ ਜੀਨੋਟਾਈਪ ਰੇਸ਼ੀਓ ਇਸ ਦੀ ਆ ਰਹੀ ਹੈ 1
2 1। ਸੋ ਜੀਨੋਟਾਈਪ ਰੇਸ਼ੋ ਇਜ਼ 1 2 1, ਜਿਹਦੇ ਵਿੱਚ ਆ ਗਿਆ ਕੈਪੀਟਲ ਆਰ ਸਮੋਲ ਆਰ, ਤਾਂ ਇਹ ਆ ਗਿਆ ਸਮੋਲ ਆਰ। ਮੈਂਡਲਿਜ਼ਮ ਦੇ ਵਿੱਚ ਵੀ ਜੀਨੋਟਾਈਪ ਰੇਸ਼ੋ ਸੇਮ ਆਈ ਸੀ, ਬਟ ਮੈਂਡਲਿਜ਼ਮ ਦੇ ਵਿੱਚ ਇਸ ਦੀ ਫੀਨੋਟਾਈਪ ਰੇਸ਼ੋ ਆ ਗਈ ਸੀ 3:1, ਕਿਉਂਕਿ 1 2 ਐਂਡ 3 ਇਹ ਤਿੰਨੋਂ ਹੀ ਰੈੱਡ ਕਲਰ ਦੇ ਫਲਾਰ ਸੀ। ਬਟ ਇਨ ਦਿਸ ਕੇਸ ਇਹਦੇ ਵਿੱਚ ਸਾਡੇ ਕੋਲ ਇਹ ਰੈੱਡ ਹੈ ਅਤੇ ਇਹ ਦੋਨੋਂ ਕੀ ਨੇ, ਪਿੰਕ। ਇਹਦਾ ਮਤਲਬ ਇਸ ਵਾਰ ਸਾਡੇ ਕੋਲ ਫੀਨੋਟਿਪਿਕ ਰੇਸ਼ੋ ਵੀ ਕੀ ਆ ਰਹੀ ਹੈ, 1 2 1, 1 ਰੈੱਡ 2 ਪਿੰਕ ਐਂਡ 1 ਵਾਈਟ। ਇਹਦਾ ਮਤਲਬ ਇਹ ਇੱਕ ਇਹੋ ਜਿਹਾ ਕ੍ਰਾਸ ਹੋ ਗਿਆ ਜਿਹੜੇ ਕ੍ਰਾਸ ਦੇ ਵਿੱਚ ਜੀਨੋਟਾਈਪ ਰੇਸ਼ੋ ਐਜ਼ ਵੈਲ ਐਜ਼ ਫੀਨੋਟਾਈਪ ਰੇਸ਼ੋ ਦੈਟ ਇਜ਼ 1:2:1। ਤਾਂ ਇਹ ਇਨਕੰਪਲੀਟ ਡੋਮੀਨੈਂਸ ਹੈਗੀ ਹੈ। ਇਨਕੰਪਲੀਟ ਡੋਮੀਨੈਂਸ ਦੇ ਵਿੱਚ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੇ ਇੱਕ ਵਾਰ ਉਹ ਮਿਕਸ ਹੋ ਵੀ ਗਏ, ਪਿੰਕ ਫਲਾਰਸ ਆ ਵੀ ਗਏ, ਤਾਂ ਹੁਣ ਮੈਂ ਇਸ ਕੇਸ ਦੇ ਵਿੱਚ ਜਦੋਂ F2 ਬਣਾਇਆ ਹੈ, F2 ਦੇ ਵਿੱਚ ਤਾਂ ਮੈਂ ਦੇਖਿਆ ਜਾਵੇ ਪਿੰਕ ਫਲਾਰਸ ਦਾ ਮੈਂ ਪਿੰਕ ਫਲਾਰਸ ਨਾਲ ਹੀ ਕ੍ਰਾਸ ਕਰਵਾਇਆ। ਤਾਂ ਪਿੰਕ ਫਲਾਰਸ ਦੇ ਨਾਲ ਕ੍ਰਾਸ ਕਰਾਉਣ ਤੋਂ ਬਾਅਦ ਦੇ ਵਿੱਚ ਵੀ ਮੇਰੇ ਕੋਲ ਇੱਕ ਰੈੱਡ ਅਤੇ ਇੱਕ ਵਾਈਟ ਜਿਹੜਾ ਹੈਗਾ ਉਹ ਫਲਾਰਸ ਆਏ ਨੇ, ਅਤੇ 2 ਮੇਰੇ ਕੋਲ ਆਏ ਨੇ ਪਿੰਕ ਫਲਾਰਸ। ਇਹਦਾ ਮਤਲਬ ਪਿੰਕ ਦੇ ਵਿੱਚ ਇਹਦੀ ਰੈੱਡ ਅਤੇ ਵਾਈਟ ਸੀਗੇ, ਮਿਕਸ ਹੋ ਗਏ। ਰੈੱਡ ਨੇ ਕੰਪਲੀਟਲੀ ਜਿਹੜਾ ਹੈਗਾ ਡੋਮੀਨੈਂਸ ਨਹੀਂ ਸ਼ੋ ਕੀਤੀ, ਬਟ ਫਿਰ ਵੀ ਇੱਥੇ ਬਲੈਂਡਿੰਗ ਆਫ ਇਨਹੈਰੀਟੈਂਸ ਨਹੀਂ ਹੋਇਆ, ਮਿਕਸਚਰ ਨਹੀਂ ਹੋਇਆ। ਇਹ ਨਹੀਂ ਹੈਗਾ ਕਿ ਸਾਡੇ ਕੋਲ ਉਸ ਤੋਂ ਬਾਅਦ ਦੇ ਵਿੱਚ ਜਾ ਕੇ ਰੈੱਡ ਕਲਰ ਰੀਅਪੀਅਰ ਹੀ ਨਹੀਂ ਹੋਇਆ ਜਾਂ ਵਾਈਟ ਕਲਰ ਰੀਅਪੀਅਰ ਨਹੀਂ ਹੋਇਆ। ਤਾਂ ਉਹਨਾਂ ਅਲੀਲਸ ਨੇ ਆਪਣੀ ਆਇਡੈਂਟਿਟੀ ਤਾਂ ਮੇਨਟੇਨ ਰੱਖੀ ਹੈ, ਕਿਉਂਕਿ F2 ਰੇਸ਼ੋ ਜੋ ਕਿ 1:1 ਰੇਸ਼ੋ ਹੈਗੀ ਹੈ, ਇਸ ਤੋਂ ਇਹ ਗੱਲ ਬਹੁਤ ਵਧੀਆ ਤਰੀਕੇ ਨਾਲ ਕਲੀਅਰ ਹੋ ਰਹੀ ਹੈ। ਸੋ ਇਹ ਸਾਡੇ ਕੋਲ ਐਗਜ਼ਾਮਪਲ ਸੀਗੀ ਜਿਸ ਚੀਜ਼ ਨੂੰ ਅਸੀਂ ਜਿਹੜਾ ਹੈਗਾ ਇਨਕੰਪਲੀਟ ਡੋਮੀਨੈਂਸ ਦਾ ਨਾਮ ਦਿੰਦੇ ਹਾਂ, ਬਲੈਂਡਡ ਇਨਹੈਰੀਟੈਂਸ ਦਾ ਨਾਮ ਵੀ ਦਿੰਦੇ ਹਾਂ। ਬਲੈਂਡਿੰਗ ਹੋ ਰਹੀ ਹੈ, ਮਿਕਸਚਰ ਹੋ ਰਿਹਾ ਹੈ, ਮੋਜ਼ਾਇਕ ਹੋ ਰਿਹਾ ਹੈ, ਇੰਟਰਮੀਡੀਏਟ ਇਨਹੈਰੀਟੈਂਸ ਹੈਗਾ ਇਹ, ਬਟ ਫਿਰ ਵੀ ਜਿਹੜੇ ਅਲੀਲਸ ਨੇ ਉਹ ਆਪਣੀ ਆਇਡੈਂਟਿਟੀ ਮੇਨਟੇਨ ਕਰ ਰਹੇ ਹੈ, ਕਿਉਂਕਿ ਸਾਡੇ ਕੋਲ F2 ਰੇਸ਼ੋ ਜਿਹੜੀ ਹੈਗੀ ਉਸ ਦੇ ਵਿੱਚ ਰੈੱਡ ਅਤੇ ਪਿੰਕ ਜਿਹੜੇ ਹੈਗੇ ਨੇ ਉਹ ਰੀਅਪੀਅਰ ਹੋ ਰਹੇ ਨੇ। ਸੋ ਇਹ ਆਪਣੇ ਕੋਲ ਇਨਕੰਪਲੀਟ ਕ੍ਰਾਸ ਸੀਗਾ, ਡੋਮੀਨੈਂਸ ਸੀਗੀ। ਸੋ ਐਗਜ਼ਾਮਪਲ ਸੀ, ਸਮਝ ਲੱਗ ਗਈ ਹੋਣੀ ਹੈ ਕ੍ਰਾਸ। ਤਾਂ ਇਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਾਡੇ ਕੋਲ ਇੱਕ ਆਹ ਰਿਪਰੈਜ਼ੈਂਟੇਸ਼ਨ ਦਿੱਤੀ ਹੋਈ ਹੈ। ਦੇਖੋ ਰੈੱਡ ਹੈਗਾ, ਰੈੱਡ ਦਾ ਜਿਹੜਾ ਕ੍ਰਾਸ ਮੈਂ ਕਰਵਾਇਆ ਹੈ ਉਹ ਵਾਈਟ ਨਾਲ ਕਰਵਾਇਆ ਹੈ। ਤਾਂ ਇਹ ਸਾਡੇ ਕੋਲ ਜਿਹੜੀ ਹੈਗੀ ਹੈ ਜੀਨੋਟਾਈਪ ਰੇਸ਼ੋ ਵੱਲ ਜਾਓ ਪਹਿਲਾਂ ਤੁਸੀਂ ਇੱਕ ਵਾਰ। ਜੀਨੋਟਾਈਪ ਰੇਸ਼ੋ ਜਿਹੜੀ ਹੈਗੀ ਉਹ ਜੀਨੋਟਾਈਪ ਸਾਰਿਆਂ ਦੀ ਸੇਮ ਹੈ, ਬਟ ਫਿਰ ਵੀ ਇਹਨਾਂ ਦੀ ਫੀਨੋਟਾਈਪ ਕਿਸੇ ਵੀ ਪੈਰੈਂਟ ਨਾਲ ਮਿਲ ਨਹੀਂ ਰਹੀ। ਇਹਦਾ ਮਤਲਬ ਕੀ ਹੈ, ਸਾਡੇ ਕੋਲ ਇਨਕੰਪਲੀਟ ਡੋਮੀਨੈਂਸ ਹੈਗੀ ਹੈ। ਐਗਜ਼ਾਮਪਲ ਮਿਰਾਬਿਲਿਸ ਜਲਾਪਾ ਇਸ ਦੀ ਇੱਕ ਐਗਜ਼ਾਮਪਲ ਹੈ। 4 o'clock ਪਲਾਂਟ ਦੇ ਵਿੱਚ ਜਿਹੜੀ ਇਹ ਤੁਹਾਡੇ ਕੋਲ ਪਾਈ ਜਾਂਦੀ ਹੈ। ਇਸ ਤੋਂ ਨੈਕਸਟ ਜਿਹੜਾ ਹੈਗਾ ਆਪਣੇ ਕੋਲ ਇਨਕੰਪਲੀਟ ਡੋਮੀਨੈਂਸ ਜਿਹੜਾ ਹੈਗਾ ਇਸ ਦੇ ਬਾਰੇ ਕੁਝ ਹੋਰ ਫੈਕਟਸ ਨੇ। ਸਭ ਤੋਂ ਪਹਿਲੀ ਗੱਲ ਹੈ ਕਿ ਨਾਈਦਰ ਅਲੀਲ ਇਜ਼ ਡੋਮੀਨੈਂਟ, ਕੋਈ ਵੀ ਡੋਮੀਨੈਂਟ ਨਹੀਂ ਹੈਗਾ। when an organism is heterozygous for a trait it will show a third phenotype। ਜਦੋਂ heterozygous ਹੈ ਤਾਂ third phenotype show ਕਰੇਗਾ। ਇਸ ਕੇਸ ਦੇ ਵਿੱਚ ਦੇਖੋ ਇਹਨਾਂ ਦੋਨਾਂ ਦੇ ਮਿਕਸਚਰ ਨਾਲ ਇਹ ਫਲਾਰ ਆ ਰਿਹਾ ਹੈ, ਤਾਂ ਇਹ ਸਾਡੇ ਕੋਲ ਜਿਹੜਾ ਹੈਗਾ ਰੈੱਡ ਯੈਲੋ ਨਾਲ ਜਿਹੜਾ ਹੈਗਾ ਔਰੇਂਜ ਆ ਰਿਹਾ, ਤਾਂ ਇਹ ਕੀ ਇੱਕ ਨਿਊ ਟਾਈਪ ਹੈਗੀ ਹੈ। ਇਹ ਥਰਡ ਟਾਈਪ ਜਿਹੜੀ ਹੈਗੀ ਹੈ ਫੀਨੋਟਾਈਪ ਆ ਰਹੀ ਹੈ। the third phenotype is the blend of the other two। ਇਹਨਾਂ ਦੋਨਾਂ ਦਾ ਮਿਕਸਚਰ ਹੈ, ਇਹਨਾਂ ਦੋਨਾਂ ਦੇ ਹਮੇਸ਼ਾ ਇਨ ਬਿਟਵੀਨ ਜੇ ਇਹ ਹੋਊਗੀ। in this case example letter A is represents the gene। ਸੋ A ਵਾਲਾ ਜਿਹੜਾ ਹੈਗਾ ਜੀਨ ਹੈ। ਸੋ ਇਹ ਜਿਹੜੇ ਹੈਗੇ ਨੇ ਆਪਣੇ ਕੋਲੇ ਅਲੱਗ-ਅਲੱਗ ਅਲੀਲ ਸਾਡੇ ਕੋਲੇ ਹੈਗੇ ਨੇ। A ਜੀਨ ਹੈ, A ਜੀਨ ਦੀਆਂ 2 ਅਲੀਲਿਕ ਫਾਰਮਸ ਹੈਗੀਆਂ AR ਐਂਡ AY, ਜਾਂ ਅਸੀਂ ਇਸ ਨੂੰ ਜਿਹੜਾ ਹੈਗਾ ਕਈ ਵਾਰੀ ਲਿਖ ਦਿੰਦੇ ਹਾਂ ਕਿ R ਦਾ Y ਨਾਲ ਕ੍ਰਾਸ ਕਰਾਇਆ ਜਾਂਦਾ ਹੈ, ਤਾਂ ਸਾਡੇ ਕੋਲੇ ਆਹ ਨਵੀਂ ਜਿਹੜੀ ਹੈਗੀ ਉਹ ਜੀਨੋਟਾਈਪ ਅਪੀਅਰ ਹੋ ਜਾਂਦੀ ਹੈ, ਫੀਨੋਟਾਈਪ ਅਪੀਅਰ ਹੋ ਜਾਂਦੀ ਹੈ। ਤਾਂ ਇਹ ਜਿਹੜਾ ਹੈਗਾ ਆਪਣੇ ਕੋਲੇ ਕੀ ਹੈ, ਇਹ ਮਿਕਸਚਰ ਆ ਜਾਂਦਾ। ਇਸ ਚੀਜ਼ ਨੂੰ ਅਸੀਂ ਜਿਹੜਾ ਇਨਕੰਪਲੀਟ ਡੋਮੀਨੈਂਸ ਕਹਾਂਗੇ। ਸੋ ਇਹਦੇ ਵਿੱਚ ਇਹ ਨਹੀਂ ਹੈ ਫੀਨੋਟਾਈਪ ਸੇਮ ਆ ਗਈ, ਇਹ ਨਹੀਂ ਹੈਗਾ ਕਿ ਤੁਸੀਂ ਇੱਥੇ ਕਹਿ ਦਿਓ ਕਿ ਆਪਣੇ ਕੋਲ ਇੱਕ ਅਲੀਲ ਹੀ ਆਪਾਂ ਨਵਾਂ ਬਣਾ ਦਈਏ, ਉਹ ਤਾਂ ਸੇਮ ਹੀ ਰਹਿਣਗੇ। ਬਟ ਕੀ ਹੈ ਉਹਦੇ ਵਿੱਚ ਕੀ ਹੈ, ਇੱਕ ਅਲੀਲ ਦੂਸਰੇ ਉੱਤੇ ਕੰਪਲੀਟਲੀ ਡੋਮੀਨੈਂਟ ਨਹੀਂ ਕਰ ਰਿਹਾ। ਸੋ ਦਿਸ ਇਜ਼ ਇਨਕੰਪਲੀਟ ਡੋਮੀਨੈਂਸ। ਇਨਕੰਪਲੀਟ ਡੋਮੀਨੈਂਸ ਦੀ ਐਗਜ਼ਾਮਪਲ ਸਾਰੇ ਸਟੂਡੈਂਟਸ ਨੂੰ ਸਮਝ ਲੱਗ ਜਾਣੀ ਚਾਹੀਦੀ ਹੈ। ਸੋ ਜਦੋਂ ਅਸੀਂ ਇਨਕੰਪਲੀਟ ਡੋਮੀਨੈਂਸ ਦੀ ਗੱਲ ਕਰਦੇ ਹਾਂ ਤਾਂ ਇਨਕੰਪਲੀਟ ਡੋਮੀਨੈਂਸ ਤੋਂ ਬਾਅਦ ਮੈਂ ਨਾਲ ਦੀ ਨਾਲ ਸਟਾਰਟ ਕਰ ਰਹੇ ਹਾਂ ਆਪਣਾ ਨੈਕਸਟ ਟੌਪਿਕ ਜਿਹੜਾ ਕਿ ਕੋਡੋਮੀਨੈਂਸ ਹੈ। ਇਹਨਾਂ ਦੇ ਉੱਤੇ ਕੰਪਲੀਟ ਡਿਸਕਸ਼ਨ ਅਸੀਂ ਕਰਦੇ ਹਾਂ। ਪਹਿਲਾਂ ਇਨਕੰਪਲੀਟ ਡੋਮੀਨੈਂਸ ਦਾ ਕੋਡੋਮੀਨੈਂਸ ਦੇਖਦੇ ਹਾਂ ਕਿ ਕੋਡੋਮੀਨੈਂਸ ਕੀ ਹੈ। ਕੋਡੋਮੀਨੈਂਸ ਦੇ ਵਿੱਚ ਵੀ ਡੋਮੀਨੈਂਸ ਹੁੰਦੀ ਹੈ। ਇਹ ਨਾਮ ਤੋਂ ਬਹੁਤ ਜ਼ਿਆਦਾ ਕਲੀਅਰ ਹੈਗਾ। ਕੋ ਦਾ ਮਤਲਬ ਕੋਆਪਰੇਟਿਵਲੀ ਦੋਨੇ ਕੰਬਾਈਨਡ ਫਾਰਮ ਦੇ ਵਿੱਚ ਡੋਮੀਨੇਟ ਕਰ ਰਹੇ ਹੈ। ਇਹਦਾ ਮਤਲਬ ਇੱਕ ਅਲੀਲ ਦੀਆਂ ਜਿਹੜੀਆਂ 2 ਫਾਰਮਸ ਹੈਗੀਆਂ ਨੇ, ਦੋਨੋਂ ਫਾਰਮਸ ਹੀ ਜਦੋਂ ਇੱਕ ਦੂਸਰੇ ਦੇ ਨਾਲ ਕੰਬਾਈਨ ਕਰ ਰਹੀਆਂ ਨੇ, ਕੰਬਾਈਨ ਕਰਕੇ ਇੱਕ ਨਵਾਂ ਐਕਸਪ੍ਰੈਸ਼ਨ ਦੇ ਰਹੀਆਂ ਨੇ। ਜਿਹੜਾ ਨਵਾਂ ਐਕਸਪ੍ਰੈਸ਼ਨ ਕੀ ਹੈ, ਉਹ ਐਕਸਪ੍ਰੈਸ਼ਨ ਇਸ ਤਰੀਕੇ ਨਾਲ ਆ ਰਿਹਾ। ਆਪਾਂ ਇਸ ਦੀ ਇੱਕ ਐਗਜ਼ਾਮਪਲ ਲੈਂਦੇ, ਐਗਜ਼ਾਮਪਲ ਨਾਲ ਇਸ ਨੂੰ ਕਲੀਅਰ ਕਰਾਂਗੇ।
ਤਾਂ ਮੇਰੇ ਕੋਲੇ ਕੋਡੋਮੀਨੈਂਸ ਦੀ ਪਹਿਲਾਂ ਐਗਜ਼ਾਮਪਲ ਸਮਝਦੇ ਹਾਂ, ਉਸ ਤੋਂ ਬਾਅਦ 'ਚ ਆਪਾਂ ਡੈਫੀਨੇਸ਼ਨ ਤੇ ਜਾਂਦੇ ਹਾਂ। ਇਸ ਐਗਜ਼ਾਮਪਲ ਦੇ ਵਿੱਚ ਕੀ ਹੈ, ਅਸੀਂ ਇੱਕ ਕ੍ਰਾਸ ਕਰ ਰਹੇ ਹਾਂ, ਜਿਸ ਕ੍ਰਾਸ ਦੇ ਵਿੱਚ ਇੱਕ ਰੈੱਡ ਕੈਟਲ ਹੈ, ਉਸ ਦਾ ਇੱਕ ਵਾਈਟ ਕੈਟਲ ਨਾਲ ਕ੍ਰਾਸ ਕਰ ਰਹੇ ਹਾਂ। ਤਾਂ ਜੇ ਤਾਂ ਲਾਉਣੀ ਹੈ ਲਾਅ ਆਫ ਡੋਮੀਨੈਂਸ, ਸਪੋਜ਼ ਰੈੱਡ ਇਜ਼ ਡੋਮੀਨੈਂਟ ਓਵਰ ਵਾਈਟ, ਤਾਂ ਜਿਹੜਾ ਹੈਗਾ ਆਪਣੇ ਕੋਲੇ F1 ਜਨਰੇਸ਼ਨ ਕੀ ਹੋਣਾ ਚਾਹੀਦਾ ਹੈ, ਰੈੱਡ। ਜੇ ਮੈਂ ਲਗਾਉਣਾ ਇਨਕੰਪਲੀਟ, ਤਾਂ ਰੈੱਡ ਤੇ ਵਾਈਟ ਦੇ ਮਿਕਸਚਰ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਇਨ ਬਿਟਵੀਨ ਜਾਂ ਕਲਰ, ਜਿਵੇਂ ਅਸੀਂ ਪਹਿਲਾਂ ਸੋਚਿਆ ਸੀ ਕਿ ਮੰਨ ਲਓ ਪਿੰਕ ਕਲਰ, ਇਸ ਤਰ੍ਹਾਂ ਦਾ ਕਲਰ ਆ ਜਾਣਾ ਚਾਹੀਦਾ ਹੈ। ਬਟ ਇਸ ਕੇਸ ਦੇ ਵਿੱਚ ਜੋ ਸਾਡੇ ਕੋਲੇ ਇਹ F1 ਇੰਡੀਵਿਜੂਅਲ ਆ ਰਿਹਾ ਹੈ, ਇਸ F1 ਇੰਡੀਵਿਜੂਅਲ ਦੇ ਵਿੱਚ ਰੈੱਡ ਕਲਰ ਦਾ ਜਿਹੜਾ ਰੈੱਡ ਕੈਟਲ ਸੀ, ਮਤਲਬ ਕਿ ਉਹਦੇ ਹੇਅਰ ਰੈੱਡ ਸੀਗੇ, ਤਾਂ ਉਹ ਇਹਦੇ ਵਿੱਚ ਹੈਗੇ ਨੇ। ਤਾਂ ਨਾਲ ਦੀ ਨਾਲ ਜਿਹੜੇ ਵਾਈਟ ਸੀ ਉਹ ਵਾਈਟ ਵੀ ਇਹਦੇ ਵਿੱਚ ਹੈਗੇ ਨੇ। ਕਹਿਣ ਦਾ ਮਤਲਬ ਇਹ ਡੱਬ ਖੜੱਬੀ ਜੀ ਬਣ ਗਈ। ਇਹ ਕਿਉਂ ਬਣ ਗਈ? ਕਿਉਂਕਿ ਇਹਨਾਂ ਨੇ ਦੋਨਾਂ ਨੇ ਰਿਪਰੈਜ਼ੈਂਟ ਕਰਤਾ ਆਪਣੇ ਆਪ ਨੂੰ। ਇਹ ਨਹੀਂ ਹੈ ਕਿ ਰੈੱਡ ਕੰਪਲੀਟਲੀ ਡੋਮੀਨੇਟ ਨਹੀਂ ਕਰ ਸਕਿਆ, ਰੈੱਡ ਨੇ ਵੀ ਆਪਣਾ ਐਕਸਪ੍ਰੈਸ਼ਨ ਦਿੱਤਾ ਹੈ। ਕੁਝ ਕੁ ਪਾਰਟ ਦੇ ਵਿੱਚ ਰੈੱਡ ਆਪਣਾ ਐਕਸਪ੍ਰੈਸ਼ਨ ਦੇ ਗਿਆ ਤੇ ਕੁਝ ਕੁ ਪਾਰਟ ਦੇ ਵਿੱਚ ਜਿਹੜਾ ਵਾਈਟ ਹੈ ਉਹ ਆਪਣਾ ਐਕਸਪ੍ਰੈਸ਼ਨ ਦੇ ਗਿਆ। ਮਤਲਬ ਕਿ ਰੈੱਡ ਵਾਈਟ ਦੇ ਉੱਤੇ ਡੋਮੀਨੇਟ ਨਹੀਂ ਹੋਇਆ ਤੇ ਨਾ ਹੀ ਵਾਈਟ ਰੈੱਡ ਦੇ ਉੱਤੇ ਡੋਮੀਨੇਟ ਹੋਇਆ। ਦੋਨੋਂ ਹੀ ਇੱਕ ਦੂਸਰੇ ਦੇ ਐਕਸਪ੍ਰੈਸ਼ਨ ਨੂੰ ਸਪਰੈਸ ਨਹੀਂ ਕਰ ਰਹੇ। ਰੈੱਡ ਜਿਹੜਾ ਹੈਗਾ ਉਹ ਰਿਸੈਸਿਵ ਨਹੀਂ ਰਿਹਾ, ਵਾਈਟ ਰਿਸੈਸਿਵ ਨਹੀਂ ਰਿਹਾ, ਦੋਨੋਂ ਹੀ ਆਪਣੇ ਆਪ ਨੂੰ ਐਕਸਪ੍ਰੈਸ ਕਰ ਰਹੇ ਆ। ਅਸੀਂ ਬੈਟਰ ਵੇ ਦੇ ਵਿੱਚ ਇਹ ਕਹਾਂਗੇ ਕਿ ਡੋਮੀਨੇਟ ਦੋਨੋਂ ਕਰ ਰਹੇ ਆ। ਜਦੋਂ ਡੋਮੀਨੇਟ ਦੋਨੋਂ ਕਰ ਰਹੇ ਆ, ਦਿਸ ਇਜ਼ ਕੋਡੋਮੀਨੈਂਸ। ਹੁਣ ਜੇ ਯਾਦ ਕਰੋ ਤੁਸੀਂ ਇਨਕੰਪਲੀਟ ਡੋਮੀਨੈਂਸ ਦੀ, ਇਨਕੰਪਲੀਟ ਡੋਮੀਨੈਂਸ ਦੇ ਵਿੱਚ ਤਾਂ ਇਨ ਬਿਟਵੀਨ ਜੋ ਐਕਸਪ੍ਰੈਸ਼ਨ ਆਇਆ ਸੀ ਕੋਈ ਵੀ ਡੋਮੀਨੇਟ ਨਹੀਂ ਸੀ ਕੀਤਾ, ਬਟ ਇੱਥੇ ਦੋਨੋਂ ਹੀ ਡੋਮੀਨੇਟ ਕਰ ਰਹੇ ਹੈ। ਸੋ ਜੇ ਦੋਨੋਂ ਡੋਮੀਨੇਟ ਕਰ ਰਹੇ ਹੈ ਤਾਂ ਇਹ ਐਗਜ਼ਾਮਪਲ ਸਾਡੇ ਕੋਲ ਹੈਗੀ ਹੈ ਕੋਡੋਮੀਨੈਂਸ ਦੀ। ਅਸੀਂ ਹੁਣ ਡੈਫੀਨੇਸ਼ਨ ਵੱਲ ਜਾਂਦੇ ਹਾਂ। ਸੋ ਡੈਫੀਨੇਸ਼ਨ ਕੀ ਹੈ? ਕੋਡੋਮੀਨੈਂਸ ਅਕਰਸ ਵੈਨ ਟੂ ਵਰਜ਼ਨਸ ਔਰ ਅਲੀਲਸ ਆਫ ਦਾ ਸੇਮ ਜੀਨ। ਇਹ ਜਿਹੜਾ ਹੈਗਾ ਗੱਲ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਕਿ ਅਲੀਲਸ ਕੀ ਹੁੰਦੇ ਨੇ, ਜੀਨ ਦੇ ਵੇਰੀਐਂਟਸ ਹੈਗੇ ਨੇ। ਥੀਸ ਆਰ ਪ੍ਰੈਜ਼ੈਂਟ ਇਨ ਅ ਲਿਵਿੰਗ ਥਿੰਗ, ਇੱਕ ਲਿਵਿੰਗ ਥਿੰਗ ਦੇ ਵਿੱਚ ਪ੍ਰੈਜ਼ੈਂਟ ਹੈ, ਐਂਡ ਬੋਥ ਆਰ ਐਕਸਪ੍ਰੈਸਡ ਇੰਸਟੈਡ ਆਫ ਵਨ ਟ੍ਰੇਟ ਬੀਇੰਗ ਡੋਮੀਨੈਂਟ ਓਵਰ ਦਾ ਅਦਰ। ਇਹ ਨਹੀਂ ਹੈਗਾ ਕਿ ਇੱਕ ਦੂਜੇ ਦੇ ਉੱਤੇ ਡੋਮੀਨੈਂਟ ਹੋ ਗਿਆ, ਡੋਮੀਨੇਟ ਤਾਂ ਹੋਇਆ ਬਟ ਦੂਸਰੇ ਦੇ ਉੱਤੇ ਡੋਮੀਨੇਟ ਨਹੀਂ ਹੋਇਆ, ਉਹਨੇ ਦੂਜੇ ਨੂੰ ਵੀ ਡੋਮੀਨੇਟ ਹੋਣ ਦਿੱਤਾ। ਸੋ ਬੋਥ ਟ੍ਰੇਟਸ ਅਪੀਅਰਸ, ਦੋਨੋਂ ਹੀ ਟ੍ਰੇਟਸ ਅਪੀਅਰ ਹੋਏ ਨੇ। ਸੋ ਇਹ ਜਿਹੜੀ ਹੈਗੀ ਹੈ ਕੋਡੋਮੀਨੈਂਸ ਇੱਕ ਬਹੁਤ ਵਧੀਆ ਐਗਜ਼ਾਮਪਲ ਹੈ, ਜਿਹਦੇ ਵਿੱਚ ਕੀ ਹੈ, ਪਲਾਂਟਸ ਐਂਡ ਐਨੀਮਲਸ ਦੈਟ ਹੈਵ ਮੋਰ ਦੈਨ ਵਨ ਪਿਗਮੈਂਟ ਕਲਰ, ਜਿਨ੍ਹਾਂ ਦੇ ਵਿੱਚ 2 ਪਿਗਮੈਂਟ ਕਲਰ ਨੇ, ਜਿਵੇਂ ਸਪੋਟਡ ਕੌਜ਼ ਹੈਗੀਆਂ ਨੇ ਜਾਂ ਸਪੋਟਡ ਫਲਾਵਰਸ ਹੈਗੇ ਨੇ। ਤਾਂ ਹੁਣ ਜੇ ਆਪਾਂ ਫਲਾਵਰਸ ਵਾਲੀ ਐਗਜ਼ਾਮਪਲ ਦੇ ਉੱਤੇ ਜਾਈਏ ਤਾਂ ਮੈਂ ਤੁਹਾਨੂੰ ਪਿੱਛੇ ਲੈ ਕੇ ਜਾ ਰਹੇ ਹਾਂ, ਜਿਹੜੀ ਆਪਣੇ ਕੋਲੇ ਸੀਗੀ ਇੱਕ ਫੋਟੋਗ੍ਰਾਫ ਜਿਹੜੀ ਹੈਗੀ ਆਪਾਂ ਬਣਾਈ ਸੀ। ਇਹ ਫੋਟੋਗ੍ਰਾਫ ਸੀ, ਇਹਦੇ ਵਿੱਚ ਕੀ ਹੈ, ਸਾਡੇ ਕੋਲੇ ਇੱਕ ਫਲਾਰ ਸੀਗਾ, ਇਹ ਵਾਲਾ ਫਲਾਰ ਹੈ। ਇਸ ਫਲਾਰ ਦਾ ਮੈਂ ਕ੍ਰਾਸ ਕਰਵਾ ਰਿਹਾ ਹਾਂ। ਮੈਂ ਤੁਹਾਨੂੰ ਇੱਕ ਮਿੰਟ ਬੈਕ ਸਕਰੀਨ ਦੇ ਉੱਤੇ ਲੈ ਕੇ ਜਾਣਾ ਹੈ। ਯੈਸ, ਇੱਕ ਸਾਡੇ ਕੋਲ ਇੱਥੇ ਫਲਾਰ ਹੈ, ਸੋ ਇਸ ਦਾ ਕ੍ਰਾਸ ਮੈਂ ਕਰਵਾ ਰਿਹਾ ਹਾਂ ਇੱਕ ਹੋਰ ਫਲਾਰ ਦੇ ਨਾਲ। ਮੇਰੇ ਕੋਲ ਇੱਥੇ 2 ਆਪਸ਼ਨਸ ਨੇ। ਪਹਿਲੇ ਕੇਸ ਦੇ ਵਿੱਚ ਮੈਂ ਇਹੋ ਜਿਹੇ ਫਲਾਰਸ ਅਸਿਊਮ ਕਰ ਰਹੇ ਹਾਂ। ਤਾਂ ਜਿਹੜੇ ਮੈਂ ਫਲਾਰਸ ਅਸਿਊਮ ਕੀਤੇ ਹੈ, ਇਹਦਾ ਮਤਲਬ ਇਹਦੇ ਵਾਲਾ ਕਲਰ ਵੀ ਇੱਥੇ ਆ ਗਿਆ ਤੇ ਦੂਸਰੇ ਦਾ ਕਲਰ ਵੀ ਇੱਧਰ ਆ ਗਿਆ, ਦੋਨੋਂ ਹੀ ਆਪਣੇ ਆਪ ਨੂੰ ਐਕਸਪ੍ਰੈਸ ਕਰ ਗਏ। ਤਾਂ ਇਸ ਕੇਸ ਨੂੰ ਅਸੀਂ ਕਹਾਂਗੇ ਕੋਡੋਮੀਨੈਂਸ। ਬਟ ਜੇ ਇਸ ਦੀ ਜਗ੍ਹਾ ਦੇ ਉੱਤੇ ਇਹ ਸਾਡੇ ਕੋਲ ਇੱਕ ਮਿਕਸਚਰ ਜਿਹਾ ਆ ਜਾਂਦਾ ਕਿ ਇੱਕ ਨਵਾਂ ਹੀ ਕਲਰ ਆ ਜਾਂਦਾ, ਜਿਹੜਾ ਕਿ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦਾ ਮਿਕਸਚਰ ਹੁੰਦਾ, ਤਾਂ ਆਪਣੇ ਕੋਲ ਜਿਹੜੇ ਹੈਗੇ ਨੇ ਫਲਾਰ ਇਹੋ ਜਿਹਾ ਬਣ ਜਾਂਦਾ ਜਿਹੜਾ ਕਿ ਕੰਪਲੀਟਲੀ ਡਿਫਰੈਂਟ ਹੈਗਾ। ਅਸੀਂ ਕਹਿ ਸਕਦੇ ਹਾਂ ਇਹਨਾਂ ਦੋਨਾਂ ਕਲਰਸ ਦਾ ਮਿਕਸਚਰ ਬਣ ਜਾਂਦਾ, ਤਾਂ ਉਹ ਸੀਗੀ ਸਾਡੇ ਕੋਲੇ ਇਨਕੰਪਲੀਟ ਡੋਮੀਨੈਂਸ। ਬਟ ਇਸ ਕੇਸ 'ਚ ਜਦੋਂ ਦੋਨੋਂ ਐਕਸਪ੍ਰੈਸ ਕਰਕੇ, ਦਿਸ ਇਜ਼ ਦਾ ਐਗਜ਼ਾਮਪਲ ਆਫ ਕੋਡੋਮੀਨੈਂਸ। ਮੈਂ ਉਮੀਦ ਕਰਦਾ ਕਿ ਦੋਨੋਂ ਚੀਜ਼ਾਂ, ਕੋਡੋਮੀਨੈਂਸ ਤੇ ਇਨਕੰਪਲੀਟ ਡੋਮੀਨੈਂਸ, ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਲੱਗੀਆਂ ਹੋਣਗੀਆਂ। ਕੋਡੋਮੀਨੈਂਸ ਦੀ ਇੱਕ ਬਹੁਤ ਅੱਛੀ ਐਗਜ਼ਾਮਪਲ ਹਿਊਮਨ ਬਲੱਡ ਗਰੁੱਪਸ ਹੈਗੇ ਨੇ, ਉਹਨੂੰ ਅਸੀਂ ਬੜੀ ਡਿਟੇਲ ਦੇ ਵਿੱਚ ਕਰਨਾ ਹੈ। ਤਾਂ ਉਸ ਤੋਂ ਪਹਿਲਾਂ ਤੁਸੀਂ ਇਹ ਵੇਖੋ, ਆਪਣੇ ਕੋਲ ਜਿਹੜਾ ਹੈਗਾ ਇਹ ਦਿੱਤਾ ਹੋਇਆ ਲਾਈਵ ਸਟਾਕ ਦੇ ਵਿੱਚ। ਇਸ ਦੀ ਐਗਜ਼ਾਮਪਲ ਹੋਰ ਵੀ ਹੈ, ਵੈਨ ਅ ਚਿਕਨ ਵਿਦ ਵਾਈਟ ਫੈਦਰਸ ਬਰੀਡ ਵਿਦ ਅ ਚਿਕਨ ਵਿਦ ਬਲੈਕ ਫੈਦਰਸ। ਤਾਂ ਇਸ ਦਾ ਰਿਜ਼ਲਟ ਕੀ ਹੋਊਗਾ, ਕਿਹੋ ਜਿਹੇ ਉਸਦੇ ਫੈਦਰਸ ਹੋਣਗੇ? ਕੀ ਬਲੈਕ ਤੇ ਵਾਈਟ ਦਾ ਮਿਕਸਚਰ ਬਰਾਊਨ ਹੋਊਗਾ?
नो, जे ब्राउन होगा तो वह साढ़े को इनकंप्लीट डोमीनेंस आ गई। बट इत्थे की है, ਉਹਦੇ ऑफस्प्रिंग चिकन होंगे ਜਿਹੜੇ दैट विल हैव बोथ ब्लैक एंड वाइट फैदर्स, ਉਹਨਾਂ ਕੋਲੇ ਦੋਨੋਂ ਹੀ फैदर्स ਹੋਣਗੇ। सो फिर ही ਅਸੀਂ ਇਸ ਨੂੰ ਕੋਡੋਮੀਨੈਂਸ ਦੀ एग्जाम्पल ਮੰਨ ਸਕਦੇ ਹਾਂ। ਯਸ, ਇਹ ਬਹੁਤ ਅੱਛੀ ਆਪਣੇ ਕੋਲ ਇੱਕ ਫੋਟੋਗ੍ਰਾਫ ਹੈ। ਇਸ ਫੋਟੋਗ੍ਰਾਫ ਦੇ ਵਿੱਚ ਦੇਖੋ ਇੱਥੇ ਜਿਹੜਾ ਹੈਗਾ ਫਲਾਰਸ ਹੈਗੇ ਨੇ। ਇਹਨਾਂ ਫਲਾਰਸ ਦੇ ਵਿੱਚ ਜਿਹੜਾ ਹੈਗਾ ਪਹਿਲੇ ਕੇਸ ਦੇ ਵਿੱਚ ਰੈੱਡ ਅਤੇ ਵਾਈਟ ਦਾ ਮੈਂ ਮਿਕਸਚਰ ਜਿਹੜਾ ਹੈਗਾ ਕੀਤਾ, ਤਾਂ ਉਹ ਫਲਾਰ ਇਹੋ ਜਿਹਾ ਬਣ ਗਿਆ ਕਿ ਉਹਦੇ ਕੋਲ ਵਾਈਟ ਪੈਟਲਸ ਵੀ ਹੈਗੀਆਂ, ਰੈੱਡ ਪੈਟਲਸ ਵੀ ਹੈਗੀਆਂ। ਬਟ ਇਸ ਕੇਸ ਦੇ ਵਿੱਚ ਰੈੱਡ ਅਤੇ ਵਾਈਟ ਦੇ ਮਿਕਸਚਰ ਨਾਲ ਮੇਰੇ ਕੋਲ ਪਿੰਕ ਜਿਹੜਾ ਹੈਗਾ ਫਲਾਰ ਬਣ ਗਿਆ। ਸੋ ਫਸਟ ਇਜ਼ ਦਾ ਐਗਜ਼ਾਮਪਲ ਆਫ ਕੋਡੋਮੀਨੈਂਸ, ਸੈਕੰਡ ਇਜ਼ ਦਾ ਐਗਜ਼ਾਮਪਲ ਆਫ ਇਨਕੰਪਲੀਟ ਡੋਮੀਨੈਂਸ। ਸੋ ਜਿਨ੍ਹਾਂ ਨੂੰ ਨਹੀਂ ਸਮਝ ਲੱਗਿਆ ਸੀ ਇਸ ਫੋਟੋਗ੍ਰਾਫ ਤੋਂ ਬਾਅਦ 'ਚ, ਮੈਨੂੰ ਲੱਗਦਾ ਨਹੀਂ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਡਾਊਟ ਰਹਿ ਜਾਣਾ ਚਾਹੀਦਾ ਕਿ ਇਨਕੰਪਲੀਟ ਡੋਮੀਨੈਂਸ ਕੀ ਹੈ ਅਤੇ ਕੋਡੋਮੀਨੈਂਸ ਕੀ ਹੈ। ਤਾਂ ਅਸੀਂ ਹੁਣ ਜਿਹੜੀ ਹੈਗੀ ਐਗਜ਼ਾਮਪਲ ਲੈਣੀ ਹੈ ਉਹ ਹਿਊਮਨ ਬਲੱਡ ਗਰੁੱਪਸ ਦੀ ਐਗਜ਼ਾਮਪਲ ਨੂੰ ਲੈ ਕੇ ਕੋਡੋਮੀਨੈਂਸ ਨੂੰ ਐਕਸਪਲੇਨ ਕਰਨਾ ਹੈਗਾ। ਤੇ ਹਿਊਮਨ ਬਲੱਡ ਗਰੁੱਪਸ ਬਾਰੇ ਤੁਸੀਂ ਪਹਿਲਾਂ ਪੜ੍ਹਿਆ ਵੀ ਹੋਇਆ। ਜਿਹੜੇ ਸਟੂਡੈਂਟਸ ਨੇ ਨਹੀਂ ਪੜ੍ਹਿਆ, ਆਪਾਂ ਇੱਕ ਵਾਰ ਜਿਹੜਾ ਹੈਗਾ ਉਹ ਯਾਦ ਕਰ ਲਈਏ ਕਿ ਕਿਹੜੇ ਕਿਹੜੇ ਬਲੱਡ ਗਰੁੱਪਸ ਹੋ ਜਾਂਦੇ ਹੈ। ਅਸੀਂ ABO ਟਾਈਪ ਆਫ ਬਲੱਡ ਗਰੁੱਪਿੰਗ ਬੋਲਦੇ ਹਾਂ, ਕਿਉਂਕਿ ਸਾਡੇ ਕੋਲ 4 ਤਰ੍ਹਾਂ ਦੇ ਬਲੱਡ ਗਰੁੱਪ ਨੇ। ਬਲੱਡ ਗਰੁੱਪ A, ਬਲੱਡ ਗਰੁੱਪ B, ਬਲੱਡ ਗਰੁੱਪ AB ਐਂਡ ਬਲੱਡ ਗਰੁੱਪ O। ਹਿਊਮਨ ਬੀਇੰਗਸ ਦੇ ਵਿੱਚ 4 ਬਲੱਡ ਗਰੁੱਪ ਹੈਗੇ ਨੇ। ਇਹਨਾਂ ਬਲੱਡ ਗਰੁੱਪਸ ਦਾ ਰੀਜ਼ਨ ਕੀ ਹੈ? ਇਹਨਾਂ ਦਾ ਰੀਜ਼ਨ ਹੈਗਾ RBCs ਦੇ ਉੱਤੇ ਪ੍ਰੈਜ਼ੈਂਟ ਐਂਟੀਜਨਸ। ਸਾਡੇ ਕੋਲ 2 ਤਰ੍ਹਾਂ ਦੇ ਐਂਟੀਜਨਸ ਪ੍ਰੈਜ਼ੈਂਟ ਨੇ, A ਟਾਈਪ ਐਂਟੀਜਨਸ ਐਂਡ B ਟਾਈਪ। ਹਿਊਮਨ ਬੀਇੰਗਸ ਦੇ ਵਿੱਚ 2 ਹੀ ਤਰ੍ਹਾਂ ਦੇ ਐਂਟੀਜਨਸ ਜਿਹੜੇ ਹੈਗੇ ਹੁੰਦੇ, A ਔਰ B। ਜੇ A ਪ੍ਰੈਜ਼ੈਂਟ ਹੈਗੇ ਨੇ, ਜਿਵੇਂ ਇਹ ਦਿਖਾਏ ਹੋਏ ਨੇ ਸਾਡੇ ਕੋਲ A ਨੇ ਇਹ, ਜੇ A ਐਂਟੀਜਨਸ ਪ੍ਰੈਜ਼ੈਂਟ ਨਹੀਂ ਤਾਂ ਅਸੀਂ ਕਹਾਂਗੇ ਦਿਸ ਇਜ਼ ਬਲੱਡ ਗਰੁੱਪ A। ਜੇ ਸਾਡੇ ਕੋਲ B ਹੈਗੇ ਨੇ, B ਨੂੰ ਰਿਪਰੈਜ਼ੈਂਟ ਇਸ ਤਰੀਕੇ ਨਾਲ ਕੀਤਾ, A ਨੂੰ ਸਰਕਲ ਨਾਲ ਕੀਤਾ, B ਨੂੰ ਸਕੁਏਅਰ ਨਾਲ ਕੀਤਾ। ਸੋ ਜੇ B ਐਂਟੀਜਨਸ ਹੈਗੇ ਅਸੀਂ ਕਹਿ ਦਾਂਗੇ ਬਲੱਡ ਗਰੁੱਪ B। ਬਟ ਜੇ RBCs ਦੇ ਉੱਤੇ A ਅਤੇ B ਦੋਨੋਂ ਤਰ੍ਹਾਂ ਦੇ ਐਂਟੀਜਨਸ ਪ੍ਰੈਜ਼ੈਂਟ ਹੈਗੇ ਨੇ, ਦੈਨ ਸਾਡੇ ਕੋਲ ਹੈ ਬਲੱਡ ਗਰੁੱਪ AB। ਬਟ ਜੇ ਦੋਨਾਂ 'ਚੋਂ ਕੋਈ ਵੀ ਐਂਟੀਜਨ ਪ੍ਰੈਜ਼ੈਂਟ ਨਹੀਂ ਹੈਗਾ ਤਾਂ ਅਸੀਂ ਕਹਾਂਗੇ ਬਲੱਡ ਗਰੁੱਪ O। ਤਾਂ ਇਸ 4 ਤਰ੍ਹਾਂ ਦੇ ਬਲੱਡ ਗਰੁੱਪ ਹੈਗੇ ਨੇ। ਕਾਹਦੇ ਕਰਕੇ ਨੇ? ਬਿਕੋਜ਼ ਆਫ ਪ੍ਰੈਜ਼ੈਂਸ ਆਫ ਐਂਟੀਜਨਸ। ਐਂਟੀਜਨ A, ਐਂਟੀਜਨ B, ਬੋਥ ਐਂਟੀਜਨ A ਐਂਡ B, ਨਨ ਆਫ ਦਾ ਐਂਟੀਜਨ ਇਜ਼ ਪ੍ਰੈਜ਼ੈਂਟ। ਜੇ ਕੋਈ ਵੀ ਐਂਟੀਜਨ ਨਹੀਂ ਹੈਗਾ ਦੈਨ ਦਿਸ ਇਜ਼ ਬਲੱਡ ਗਰੁੱਪ O। ਤਾਂ ਇਸ ਦੇ ਪੈਰਲਲ ਸਾਨੂੰ ਪਤਾ ਹੈ ਕਿ ਪਲਾਜ਼ਮਾ ਜਿਹੜਾ ਹੁੰਦਾ ਹੈ, ਕਿਉਂਕਿ ਬਲੱਡ ਦੀ ਕੰਪੋਜੀਸ਼ਨ ਸਾਨੂੰ ਪਤਾ ਹੈ, ਬਲੱਡ ਦੇ ਵਿੱਚ ਇੱਕ ਪਲਾਜ਼ਮਾ ਹੈਗਾ ਅਤੇ ਬਲੱਡ ਸੈਲਸ ਹੈਗੇ ਨੇ। ਬਲੱਡ ਸੈਲਸ ਦੇ ਵਿੱਚ ਵਾਈਟ ਬਲੱਡ ਸੈਲਸ ਨੇ, ਰੈੱਡ ਬਲੱਡ ਸੈਲਸ ਨੇ, ਪਲੇਟਲੈਟਸ ਹੈਗੇ ਨੇ। ਤਾਂ ਰੈੱਡ ਬਲੱਡ ਸੈਲਸ ਦੀ ਗੱਲ ਹੋ ਗਈ। ਉਸ ਤੋਂ ਬਾਅਦ ਜਿਹੜਾ ਪਲਾਜ਼ਮਾ ਬਚ ਗਿਆ, ਪਲਾਜ਼ਮਾ ਦੇ ਵਿੱਚ ਐਂਟੀਬੋਡੀਜ਼ ਪ੍ਰੈਜ਼ੈਂਟ ਹੋਣਗੀਆਂ। ਇਫ ਬਲੱਡ ਗਰੁੱਪ ਇਜ਼ A ਤਾਂ ਉਹਨਾਂ ਦੇ ਕੋਲ B ਐਂਟੀਬੋਡੀਜ਼ ਜਿਹੜੀਆਂ ਹੈਗੀਆਂ ਨੇ, B ਟਾਈਪ ਆਫ ਐਂਟੀਬੋਡੀਜ਼ ਪ੍ਰੈਜ਼ੈਂਟ ਹੋਣਗੀਆਂ। ਇਫ ਦਿਸ ਇਜ਼ ਬਲੱਡ ਗਰੁੱਪ B, ਬਲੱਡ ਗਰੁੱਪ B ਦਾ ਮਤਲਬ ਐਂਟੀਜਨਸ ਆਰ B ਬਟ ਐਂਟੀਬੋਡੀਜ਼ ਕਿਹੜੀਆਂ ਨੇ? A। ਅਤੇ ਜੇ ਸਾਡੇ ਕੋਲ ਬਲੱਡ ਗਰੁੱਪ AB ਆ ਜਾਂਦਾ ਹੈ ਤਾਂ ਸਾਡੇ ਕੋਲ ਐਂਟੀਜਨਸ ਹੈਗੇ ਨੇ A ਐਂਡ B। ਹੁਣ A ਐਂਟੀਜਨ ਦੇ ਨਾਲ A ਐਂਟੀਬੋਡੀਜ਼ ਨਹੀਂ ਆ ਸਕਦੀਆਂ, B ਦੇ ਨਾਲ B ਨਹੀਂ ਆ ਸਕਦੀਆਂ। ਇਹਦਾ ਮਤਲਬ ਇਹਨਾਂ ਕੋਲ ਕੋਈ ਵੀ ਐਂਟੀਬੋਡੀ ਪ੍ਰੈਜ਼ੈਂਟ ਨਹੀਂ ਹੈਗੀ। ਅਤੇ ਜੇ ਅਸੀਂ ਬਲੱਡ ਗਰੁੱਪ O ਦੀ ਗੱਲ ਕਰੀਏ, ਬਲੱਡ ਗਰੁੱਪ O ਕੋਲ ਐਂਟੀਜਨ ਹੀ ਕੋਈ ਨਹੀਂ ਹੈ। ਇਹਦਾ ਮਤਲਬ ਇਹਦੇ ਕੋਲ A ਐਂਟੀਜਨਸ ਵੀ ਐਂਟੀਬੋਡੀਜ਼ ਵੀ ਹੋ ਸਕਦੀਆਂ ਨੇ ਤਾਂ B ਐਂਟੀਬੋਡੀਜ਼ ਵੀ ਹੋ ਸਕਦੀਆਂ ਨੇ। ਸੇਮ ਟਾਈਪ ਆਫ ਐਂਟੀਜਨ ਅਤੇ ਐਂਟੀਬੋਡੀਜ਼ ਇਕੱਠੀਆਂ ਨਹੀਂ ਹੋ ਸਕਦੀਆਂ। ਇਸੇ ਕਰਕੇ ਜਦੋਂ ਸਾਡੇ ਕੋਲ A ਐਂਟੀਜਨ ਹੈਗਾ ਤਾਂ ਇਹਦੇ ਕੋਲ A ਐਂਟੀਬੋਡੀ ਨਹੀਂ ਹੋ ਸਕਦੀ, ਇਹਦੇ ਕੋਲ B ਐਂਟੀਬੋਡੀ ਹੋਊਗੀ। ਜਦੋਂ B ਐਂਟੀਜਨ ਹੈਗਾ ਤਾਂ ਇਹਦੇ ਕੋਲ B ਐਂਟੀਬੋਡੀ ਨਹੀਂ ਹੋਊਗੀ, ਇਹਦੇ ਕੋਲ A ਹੋਊਗੀ। ਜਦੋਂ ਦੋਨੋਂ ਐਂਟੀਜਨਸ ਨੇ ਤਾਂ ਦੋਨੋਂ ਤਰ੍ਹਾਂ ਦੀਆਂ ਐਂਟੀਬੋਡੀਜ਼ ਨਹੀਂ ਹੋ ਸਕਦੀਆਂ। ਜਦੋਂ ਕੋਈ ਵੀ ਐਂਟੀਜਨ ਨਹੀਂ ਹੈ ਤਾਂ ਬੋਥ ਟਾਈਪ ਆਫ ਐਂਟੀਬੋਡੀਜ਼ ਵਿਲ ਬੀ ਪ੍ਰੈਜ਼ੈਂਟ। ਤਾਂ ਇਹ ਜਿਹੜਾ ਖੈਰ ਐਂਟੀਜਨ ਅਤੇ ਐਂਟੀਬੋਡੀ ਦਾ ਕੰਸੈਪਟ ਹੈ, ਇਹ ਤੁਹਾਡੇ ਉੱਥੇ ਕੰਮ ਆਉਂਦਾ ਜਦੋਂ ਤੁਸੀਂ ਇਸ ਗੱਲ ਨੂੰ ਸਮਝਣਾ ਹੁੰਦਾ ਹੈ ਕਿ ਬਲੱਡ ਗਰੁੱਪ A ਵਾਲਾ ਕਿਹਨੂੰ ਬਲੱਡ ਡੋਨੇਟ ਕਰੂਗਾ, B ਵਾਲਾ ਕਿਹਨੂੰ ਬਲੱਡ ਡੋਨੇਟ ਕਰੂਗਾ, AB ਵਾਲਾ ਕਿਹਨੂੰ ਕਰੂਗਾ, O ਵਾਲਾ ਕਿਹਨੂੰ ਕਰੂਗਾ। ਇਹ ਤੁਹਾਡੇ +1 ਦਾ ਟੌਪਿਕ ਹੈ। ਤੁਸੀਂ ਸਾਰੇ ਸਟੂਡੈਂਟਸ ਕਰਕੇ ਆਏ ਹੋਵੋਗੇ। ਫਿਰ ਵੀ ਜਿਹੜਾ ਹੈਗਾ ਨਹੀਂ ਸਟੂਡੈਂਟਸ ਕਰਕੇ ਆਏ ਤਾਂ ਦੇਖ ਲਓ ਅਤੇ ਆਪਣਾ ਪਿਛਲੀਆਂ ਕਿਤਾਬਾਂ ਦੇ ਵਿੱਚੋਂ ਵੇਖੋ। ਮੇਰਾ ਤੁਹਾਡੇ ਲਈ ਇੱਥੇ ਕੁਐਸਚਨ ਇਹ ਹੈ ਕਿ ਇਹਨਾਂ 4 ਬਲੱਡ ਗਰੁੱਪਸ ਦੇ ਵਿੱਚੋਂ ਕਿਹੜਾ ਬਲੱਡ ਗਰੁੱਪ ਯੂਨੀਵਰਸਲ ਡੋਨਰ ਹੈ, ਮਤਲਬ ਕਿ ਕਿਸੇ ਵੀ ਦੂਸਰੇ ਨੂੰ ਉਹ ਬਲੱਡ ਡੋਨੇਟ ਕਰ ਸਕਦਾ ਹੈ, ਅਤੇ ਕਿਹੜਾ ਯੂਨੀਵਰਸਲ ਰੈਸੀਪੀਐਂਟ ਹੈਗਾ ਇਹਨਾਂ 4 ਦੇ ਵਿੱਚੋਂ। ਅਤੇ ਤੀਸਰਾ ਮੇਰਾ ਕੁਐਸਚਨ ਤੁਹਾਡੇ ਕੋਲ ਇਹ ਹੈ ਕਿ ਇਹ ਮੈਂ ਗੱਲ ਕਰਤਾ ਕਿ ਬਲੱਡ ਗਰੁੱਪ A ਹੈ, B ਹੈ, AB ਹੈ, O ਹੈ, ਤਾਂ ਕਿਸੇ ਨੂੰ ਜਦੋਂ ਪੁੱਛਿਆ ਜਾਂਦਾ ਉਹ ਇਹ ਕਿਉਂ ਕਹਿੰਦਾ ਕਿ ਮੇਰਾ ਬਲੱਡ ਗਰੁੱਪ A ਪੋਜ਼ਿਟਿਵ ਹੈ, B ਪੋਜ਼ਿਟਿਵ ਹੈ, O ਨੈਗੇਟਿਵ ਹੈ। ਇਹ ਪੋਜ਼ਿਟਿਵ ਜਾਂ ਨੈਗੇਟਿਵ ਕੀ ਨੇ? ਇਹ ਤਿੰਨੋਂ ਕੁਐਸਚਨਸ ਮੈਂ ਤੁਹਾਡੇ 'ਤੇ ਛੱਡੇ ਨੇ। ਤੁਸੀਂ ਆਪਣੀਆਂ ਬੁੱਕਸ ਫਰੋ ਲਓ, ਗੂਗਲ ਫਰੋ ਲਓ ਅਤੇ ਉੱਥੇ ਜਾ ਕੇ ਜਿਹੜਾ ਹੈਗਾ ਇਹਨਾਂ ਦੇ ਆਨਸਰ ਫਾਈਂਡ ਆਊਟ ਕਰੋ। ਹੁਣ ਅਸੀਂ ਬਿਨਾਂ ਟਾਈਮ ਵੇਸਟ ਕੀਤੇ ਆਪਣੇ ਜੈਨੇਟਿਕਸ ਵੱਲ ਮੂਵ ਕਰ ਰਹੇ ਹਾਂ, ਕਿਉਂਕਿ ਅਸੀਂ ਬਲੱਡ ਗਰੁੱਪਸ ਤਾਂ ਸਟੱਡੀ ਕਰਨੇ ਹੈ ਬਟ ਅਸੀਂ ਬਲੱਡ ਗਰੁੱਪ ਨੂੰ ਜੈਨੇਟਿਕ ਐਂਗਲ ਤੋਂ ਸਟੱਡੀ ਕਰਨਾ ਹੈ, ਜੈਨੇਟਿਕਸ ਪੁਆਇੰਟ ਆਫ ਵਿਊ ਤੋਂ ਸਟੱਡੀ ਕਰਨਾ ਹੈ। ਤਾਂ ਜੈਨੇਟਿਕਸ ਪੁਆਇੰਟ ਆਫ ਵਿਊ ਤੋਂ ਸਟੱਡੀ ਕਰਨ ਦੇ ਲਈ
ਮੈਂ ਤੁਹਾਡਾ ਧਿਆਨ ਜੀਨ ਦੀਆਂ ਅਲੱਗ-ਅਲੱਗ ਫਾਰਮਸ ਅਲੀਲ ਵੱਲ ਦਿਵਾਉਣਾ ਚਾਹੁੰਦਾ ਹਾਂ। ਮੈਂ ਤੁਹਾਨੂੰ ਕਿਹਾ ਸੀ ਕਿ ਜੀਨ ਦੀਆਂ ਅਲੱਗ-ਅਲੱਗ ਫਾਰਮਸ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਅਲੀਲਸ ਬੋਲਦੇ ਹਾਂ। ਤਾਂ ਬਲੱਡ ਗਰੁੱਪ ਏ ਜਿਹੜਾ ਹੈਗਾ, ਬਲੱਡ ਗਰੁੱਪ ਏ ਦੇ ਲਈ ਅਲੀਲ ਹੋ ਸਕਦੇ ਨੇ IA। ਬਲੱਡ ਗਰੁੱਪ ਬੀ ਦਾ ਜਿਹੜਾ ਹੈਗਾ ਆਪਣੇ ਕੋਲੇ ਅਲੀਲ ਹੋ ਸਕਦਾ ਹੈ IB। ਇੱਕ ਵਾਰ ਤੁਸੀਂ ਇਹਨਾਂ ਨੂੰ A ਤੇ B ਬਲੱਡ ਗਰੁੱਪ ਦੇ ਅਕੋਰਡਿੰਗਲੀ ਨਾ ਸੋਚੋ, ਮੈਂ ਇੱਥੇ ਦੁਬਾਰਾ ਲੈ ਕੇ ਆਉਣਾ A ਤੇ B ਦੇ ਉੱਤੇ। ਸਭ ਤੋਂ ਪਹਿਲਾਂ ਵੈਸੇ ਇਹਨਾਂ ਦੇ ਅਲੀਲਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜਿਵੇਂ ਰੈੱਡ ਫਲਾਰਸ ਦੇ ਲਈ ਸੀ, ਮੈਂ ਕਹਿਤਾ ਸੀ ਕਿ ਕਲਰ ਆਫ ਫਲਾਰ ਜਿਹੜਾ ਹੈਗਾ, ਸਪੋਜ਼ C ਜਿਹੜਾ ਹੈਗਾ, C ਜੀਨ ਜਿਹੜਾ ਹੈਗਾ ਕਲਰ ਆਫ ਫਲਾਰ ਦੇ ਲਈ ਹੈ, ਤਾਂ ਉਹਦੇ 2 ਅਲੀਲ ਹੋ ਗਏ, CR ਹੋ ਗਏ, CW ਹੋ ਗਏ। ਇਹ ਰੈੱਡ ਫਲਾਰਸ ਦੇ ਲਈ ਹੋ ਗਿਆ, ਇਹ ਵਾਈਟ ਫਲਾਰਸ ਦੇ ਲਈ ਹੋ ਗਿਆ। ਕਹਿਣ ਦਾ ਮਤਲਬ ਇੱਕ ਜੀਨ ਸੀ, C ਜੀਨ ਸੀ, ਅਤੇ ਉਹ C ਜੀਨ ਦੀਆਂ 2 ਅਲੀਲਸ ਹੋ ਗਈਆਂ ਇਹ। ਬਟ ਹੁਣ ਇੱਥੇ ਜਿਹੜਾ ਹੈਗਾ ਆਪਣੇ ਕੋਲ ਜੀਨ ਹੈਗਾ I ਜੀਨ ਦੀਆਂ, ਜਿਹੜਾ ਕਿ ਬਲੱਡ ਗਰੁੱਪ ਨੂੰ ਕੰਟਰੋਲ ਕਰ ਰਿਹਾ ਹੈ। 2 ਦੀ ਜਗ੍ਹਾ ਦੇ ਉੱਤੇ 3 ਅਲੱਗ-ਅਲੱਗ ਫਾਰਮਸ ਹੈਗੀਆਂ ਨੇ, IA, IB, i। ਤਾਂ ਇਹ 3 ਫਾਰਮਸ ਜਿਹੜੀਆਂ ਹੈਗੀਆਂ, ਇਹਨਾਂ ਤਿੰਨੋਂ ਫਾਰਮਸ ਨੂੰ ਮੈਂ ਕਹੂੰਗਾ ਕਿ ਇਹ ਬਲੱਡ ਗਰੁੱਪ ਨੂੰ ਕੰਟਰੋਲ ਕਰਨ ਵਾਲੇ ਅਲੀਲਸ ਨੇ। ਤਾਂ ਕਿੰਨੇ ਅਲੀਲਸ ਹੋ ਗਏ? 3 ਅਲੀਲਸ ਹੋ ਗਏ। ਵੈਸੇ ਜਨਰਲੀ ਅਸੀਂ ਕਿੰਨੇ ਅਲੀਲਸ ਦੀ ਗੱਲ ਕੀਤੀ ਸੀ? 2 ਅਲੀਲਸ ਦੀ ਗੱਲ ਕੀਤੀ ਸੀ। ਤਾਂ ਹੁਣ ਨੰਬਰ ਆਫ ਅਲੀਲਸ ਜਦੋਂ 2 ਤੋਂ ਵੱਧ ਜਾਂਦਾ ਹੈ, ਅਸੀਂ ਇਸ ਚੀਜ਼ ਨੂੰ ਮਲਟੀਪਲ ਅਲੀਲਿਜ਼ਮ ਵੀ ਬੋਲਦੇ ਹਾਂ। ਤਾਂ ਇਸ ਚੀਜ਼ ਨੂੰ ਵੀ ਸਮਝਦੇ ਹਾਂ। ਸੋ ਅਲੀਲਸ ਕੀ ਨੇ? ਅਲੀਲਸ ਆਰ ਦਾ ਅਲਟਰਨੇਟਿਵ ਫਾਰਮਸ ਆਫ ਦ ਜੀਨ। ਇੱਕ ਜੀਨ ਦੀਆਂ ਅਲਟਰਨੇਟ ਫਾਰਮਸ ਨੇ ਵਿਚ ਆਰ ਰਿਸਪੋਂਸੀਬਲ ਫਾਰ ਡਿਫਰੈਂਸ ਇਨ ਦਾ ਫਿਨੋਟਿਪਿਕ ਐਕਸਪ੍ਰੈਸ਼ਨ ਆਫ ਦ ਗਿਵਨ ਟ੍ਰੇਟ, ਜਿਹੜੇ ਕਿ ਇੱਕ ਟ੍ਰੇਟ ਦੀਆਂ ਅਲੱਗ-ਅਲੱਗ ਫਿਨੋਟਿਪਿਕ ਫਾਰਮਸ ਦੇ ਲਈ ਰਿਸਪੋਂਸੀਬਲ ਨੇ। ਜਿਵੇਂ ਕਲਰ ਆਫ ਆਈ ਇੱਕ ਟ੍ਰੇਟ ਹੈ, ਤਾਂ ਉਹਦੇ ਵਿੱਚ ਬਰਾਊਨ ਆਈਜ਼ ਹੋ ਗਈਆਂ ਅਤੇ ਗ੍ਰੀਨ ਆਈਜ਼ ਹੋ ਗਈਆਂ। ਇਹ ਕੀ ਹੋ ਗਈਆਂ? ਉਹਦੀਆਂ ਅਲੱਗ-ਅਲੱਗ ਫਿਨੋਟਿਪਿਕ ਫਾਰਮਸ ਹੋ ਗਈਆਂ। ਸਿਮਿਲਰਲੀ ਬਲੱਡ ਗਰੁੱਪ ਜਿਹੜਾ ਹੈਗਾ ਇੱਕ ਫਿਨੋਟਿਪਿਕ ਐਕਸਪ੍ਰੈਸ਼ਨ ਹੈ, ਬਟ ਉਹ ਬਲੱਡ ਗਰੁੱਪ A ਆ ਰਿਹਾ ਹੈ, B ਆ ਰਿਹਾ ਹੈ, AB ਆ ਰਿਹਾ ਹੈ, O ਆ ਰਿਹਾ ਹੈ। ਇਹ ਉਸਦੇ ਕੀ ਹੋ ਗਏ? ਅਲੱਗ-ਅਲੱਗ ਫਿਨੋਟਿਪਿਕ ਐਕਸਪ੍ਰੈਸ਼ਨਸ ਬਣ ਗਏ, ਅਲੱਗ-ਅਲੱਗ ਵੇਰੀਐਂਟਸ ਆ ਗਏ। ਤਾਂ ਇੱਕ ਜੀਨ ਜਿਹੜਾ ਹੈਗਾ ਆ ਜੀਨ ਫॉर ਵਿਚ ਐਟ ਲੀਸਟ 2 ਅਲੀਲਸ ਐਗਜ਼ਿਸਟ, ਜਿਹਦੇ ਲਈ ਘੱਟੋ ਘੱਟ 2 ਅਲੀਲਸ ਨੇ, ਉਹਨੂੰ ਅਸੀਂ ਪੋਲੀਮੋਰਫਿਕ ਬੋਲ ਦਿੰਦੇ ਹਾਂ। ਜਿਵੇਂ ਇੱਕ ਪਾਰਟੀਕੂਲਰ ਜੀਨ ਮੇ ਐਗਜ਼ਿਸਟੈਂਟ ਜੇ 3 ਜਾਂ 3 ਤੋਂ ਵੱਧ ਅਲੀਲਿਕ ਫਾਰਮਸ ਦੇ ਵਿੱਚ ਐਗਜ਼ਿਸਟ ਕਰਦਾ ਹੈ, ਫਿਰ ਅਸੀਂ ਉਸ ਨੂੰ ਬੋਲਦੇ ਹਾਂ ਮਲਟੀਪਲ ਅਲੀਲ ਕੰਡੀਸ਼ਨ। ਸੋ ਇਫ ਐਟ ਲੀਸਟ 2 ਹੈਗੇ ਨੇ ਤਾਂ ਪੋਲੀਮੋਰਫਿਕ ਹੈ। ਤਾਂ ਮਲਟੀਪਲ ਅਲੀਲਿਜ਼ਮ ਦੇ ਵਿੱਚ ਕੀ ਹੈ? 3 ਜਾਂ 3 ਤੋਂ ਵੱਧ ਜੇ ਉਸਦੇ ਐਕਸਪ੍ਰੈਸ਼ਨਸ ਆ ਜਾਂਦੇ ਤਾਂ ਅਸੀਂ ਉਸਨੂੰ ਮਲਟੀਪਲ ਅਲੀਲਿਕ ਕੰਡੀਸ਼ਨ ਬੋਲ ਦਿੰਦੇ ਹਾਂ। ਇਟ ਇਜ਼ ਇੰਪੋਰਟੈਂਟ ਟੂ ਨੋਟ ਦੈਟ ਵਾਈਲ ਮਲਟੀਪਲ ਅਲੀਲਸ occur and are maintained within the population at any individual possess only 2 such alleles। ਸੋ ਜੇ ਤਾਂ ਅਸੀਂ ਗੱਲ ਕਰੀਏ, ਬੜੀ ਵਧੀਆ ਗੱਲ ਇੱਥੇ ਇਸਨੇ ਕੀਤੀ ਹੈ ਕਿ ਜੇ ਤਾਂ ਅਸੀਂ ਗੱਲ ਕਰੀਏ ਪਾਪੂਲੇਸ਼ਨ ਦੀ, ਪਾਪੂਲੇਸ਼ਨ ਦੇ ਵਿੱਚ ਤਾਂ 3 ਫਾਰਮਸ ਉਸ ਦੀਆਂ ਹੋਣਗੀਆਂ ਜਾਂ 4 ਫਾਰਮਸ ਉਸ ਦੀਆਂ ਹੋਣਗੀਆਂ। ਬਟ ਜੇ ਅਸੀਂ ਗੱਲ ਕਰੀਏ ਇੰਡੀਵਿਜੂਅਲ ਦੀ, ਇੰਡੀਵਿਜੂਅਲ ਕੋਲੇ ਇਹੋ ਜਿਹੇ 2 ਹੀ ਅਲੀਲਸ ਹੋਣਗੇ, 2 ਤੋਂ ਜ਼ਿਆਦਾ ਅਲੀਲਸ ਨਹੀਂ ਹੋ ਸਕਦੇ। ਕਹਿਣ ਦਾ ਮਤਲਬ ਜੇ ਮੈਂ ਬਲੱਡ ਗਰੁੱਪਸ ਦੀ ਗੱਲ ਕੀਤੀ ਸੀ ਤਾਂ ਮੈਂ ਕਿਹਾ ਕਿ IA ਹੋ ਸਕਦਾ ਹੈ ਜੀ, IB ਹੋ ਸਕਦਾ ਹੈ, i। ਤਾਂ ਇਹ 3 ਉਸ ਦੇ ਵੇਰੀਐਂਟਸ ਨੇ, 3 ਉਸ ਦੀਆਂ ਅਲੀਲਿਕ ਫਾਰਮਸ ਹੋ ਸਕਦੀਆਂ ਨੇ। ਬਟ ਇਹ ਤਿੰਨੋਂ ਜਿਹੜੀਆਂ ਹੈਗੀਆਂ ਕਿਸੇ ਪਾਪੂਲੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਸੋਚਿਆ ਜਾਵੇ ਤਾਂ ਬਿਲਕੁਲ ਠੀਕ ਬਣਦੀ ਇਹ ਗੱਲ। ਬਟ ਜੇ ਕਿਸੇ ਇੱਕ ਇੰਡੀਵਿਜੂਅਲ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਵੱਧੋ ਵੱਧ ਕੋਈ 2 ਹੀ ਹੋਣਗੇ। ਉਹ 2 ਕਿਵੇਂ ਹੋ ਸਕਦੇ ਨੇ, ਉਹ ਮੈਂ ਤੁਹਾਨੂੰ ਸਮਝਾਉਣਾ ਕਿ ਕੋਈ 2 ਕਿਵੇਂ ਹੋ ਸਕਦੇ ਹੈ। ਤਾਂ ਤੁਸੀਂ ਸਮਝੋ ਕਿ ਅਸੀਂ ਇਹ ਗੱਲ ਕਰਤੀ ਕਿ ਸਾਡੇ ਕੋਲੇ ਜੀ 3 ਨੇ, IA, IB, i। ਤਾਂ ਕਿਸੇ ਇੱਕ ਇੰਡੀਵਿਜੂਅਲ ਕੋਲੇ ਕੋਈ 2 ਹੋ ਸਕਦੇ ਨੇ। ਕਿਹੜੀਆਂ ਪੋਸੀਬਿਲਿਟੀਜ਼ ਨੇ? IA, IB। ਪਹਿਲੀ ਤਾਂ ਪੋਸੀਬਿਲਿਟੀ ਇਹ ਹੈ। ਦੂਜੀ ਹੈ IA ਹੋ ਸਕਦਾ ਦੋਨੋਂ ਹੀ ਇੱਕੋ ਜਿਹੇ ਹੋਣ। ਫਿਰ ਹੈ IB। ਦੈਨ ਹੈਗਾ i। ਇਹ ਵੀ ਹੋ ਸਕਦਾ ਹੈ ਕਿ A ਦੇ ਨਾਲ ਜਿਹੜਾ ਹੈਗਾ i ਹੋਵੇ ਅਤੇ B ਦੇ ਨਾਲ ਵੀ i ਹੋਵੇ। ਇਹਦਾ ਮਤਲਬ ਜੇ ਮੈਂ ਗੱਲ ਕਰਾਂ ਤਾਂ 6 ਟਾਈਪ ਆਫ ਫੀਨੋਟਾਈਪਸ ਇੱਥੇ ਬਣ ਜਾਂਦੀਆਂ ਨੇ, ਜਿਹੜੀਆਂ ਕਿ ਕਿਸੇ ਵੀ ਕੇਸ ਦੇ ਵਿੱਚ ਹੋ ਸਕਦੀਆਂ ਨੇ। ਇਸ ਕੇਸ ਦੇ ਵਿੱਚ 6 ਤਰ੍ਹਾਂ ਦੀਆਂ ਫੀਨੋਟਾਈਪਸ ਜਿਹੜੀਆਂ ਉਹ ਪੋਸੀਬਲ ਹੈਗੀਆਂ ਨੇ। ਸੋ ਕਿਸੇ ਵੀ ਇੱਕ ਇੰਡੀਵਿਜੂਅਲ ਦੇ ਵਿੱਚ 2 ਹੀ ਕਿਉਂ ਹੋ ਸਕਦੀਆਂ ਨੇ?
ਇਸ ਦੇ ਲਈ ਕ੍ਰੋਮੋਸੋਮ ਥਿਊਰੀ ਆਫ ਇਨਹੈਰੀਟੈਂਸ ਦੇ ਉੱਤੇ ਜਾਓ, ਜਿੱਥੇ ਤੁਹਾਨੂੰ ਇਹ ਗੱਲ ਸਮਝ ਲੱਗੇਗੀ ਕਿ ਇਹ ਕ੍ਰੋਮੋਸੋਮਸ ਪੇਅਰ ਦੇ ਵਿੱਚ ਹੁੰਦੇ ਨੇ। ਇੱਕ ਕ੍ਰੋਮੋਸੋਮ ਜਿਹੜਾ ਹੈਗਾ ਉਹ ਇੱਕ ਜੀਨ ਦੀ ਇੱਕੋ ਹੀ ਅਲਟਰਨੇਟ ਫਾਰਮ ਰੱਖਦਾ ਹੈ, ਕਿਉਂਕਿ ਇੱਕ ਪੇਅਰ ਦੇ ਵਿੱਚ ਸਿਰਫ 2 ਕ੍ਰੋਮੋਸੋਮਸ ਹੋਣਗੇ। ਇਹਦਾ ਮਤਲਬ 2 ਦੇ ਉੱਤੇ 2 ਹੀ ਅਲਟਰਨੇਟ ਫਾਰਮਸ ਹੋ ਸਕਦੀਆਂ ਨੇ ਉਸ ਦੀਆਂ। ਉਹ ਦੋਨੋਂ ਫਾਰਮਸ ਕਿਹੜੀਆਂ ਹੋ ਸਕਦੀਆਂ ਨੇ? ਦੋਨੋਂ ਅਲੱਗ-ਅਲੱਗ ਵੀ ਹੋ ਸਕਦੀਆਂ ਨੇ, ਦੋਨੋਂ ਸੇਮ ਵੀ ਹੋ ਸਕਦੀਆਂ ਨੇ। ਇੱਕ ਜਿਹੜਾ ਹੈਗਾ ਆਈ ਇੱਕ ਸਮਾਲ ਆਈ ਵੀ ਹੋ ਸਕਦਾ, ਆਈ ਵੀ ਨਾਲ ਸਮਾਲ ਆਈ ਵੀ, ਜਾਂ ਦੋਨੋਂ ਸਮਾਲ ਆਈ ਵੀ ਹੋ ਸਕਦੇ ਨੇ। ਤਾਂ ਇਹ ਸਾਡੇ ਕੋਲੇ 6 ਤਰ੍ਹਾਂ ਦੇ ਜੀਨੋਟਾਈਪ ਹੋ ਸਕਦੇ ਨੇ। ਹੁਣ ਇਹ 6 ਤਰ੍ਹਾਂ ਦੇ ਜੀਨੋਟਾਈਪ 4 ਤਰ੍ਹਾਂ ਦੇ ਫੀਨੋਟਾਈਪਸ ਨੂੰ ਜਨਮ ਦਿੰਦੇ ਨੇ। ਇਹਨਾਂ 6 ਤਰ੍ਹਾਂ ਦੇ ਜੀਨੋਟਾਈਪਸ ਤੋਂ 4 ਤਰ੍ਹਾਂ ਦੇ ਫੀਨੋਟਾਈਪਸ ਕਿਵੇਂ ਬਣ ਜਾਂਦੇ ਨੇ ਅਤੇ ਕਿਹੜੇ ਜੀਨੋਟਾਈਪ ਤੋਂ ਕਿਹੜਾ ਫੀਨੋਟਾਈਪ ਬਣਦਾ ਹੈ, ਉਸ ਚੀਜ਼ ਨੂੰ ਸਮਝਣ ਦੇ ਲਈ ਅਸੀਂ ਇੱਕ ਹੋਰ ਫੋਟੋਗ੍ਰਾਫ ਵੱਲ ਮੂਵ ਕਰਦੇ ਹਾਂ। ਤਾਂ ਇਹ ਸਾਡੇ ਕੋਲ ਹੈਗਾ, ਸਪੋਜ਼ ਅਸੀਂ ਗੱਲ ਕਰਦੇ ਹਾਂ ਕਿ ਆਈ ਏ ਇਹ ਦੋਨੋਂ ਇਕੱਠੇ ਹੋ ਜਾਂਦੇ ਹੈ। ਜੋ ਦੋਨੇ ਇਕੱਠੇ ਹੋ ਗਏ ਤਾਂ ਹੁਣ ਜਿਹੜਾ ਹੈਗਾ ਮੈਂ ਮੰਨਦਾ ਕਿ ਆਈ ਏ ਆਪਣਾ ਐਕਸਪ੍ਰੈਸ਼ਨ ਦਊਗਾ। ਇਹਨੇ ਐਕਸਪ੍ਰੈਸ਼ਨ ਦੇ ਕੇ ਏ ਐਂਟੀਜਨ ਦੇ ਦੇ ਜੀ। ਜਦੋਂ ਇਹਨੇ ਏ ਐਂਟੀਜਨ ਦੇਤੇ ਤਾਂ ਬਲੱਡ ਗਰੁੱਪ ਵਾਲੀ ਫੋਟੋਗ੍ਰਾਫ ਦੇ ਉੱਤੇ ਜਾਓ, ਆਪਣੇ ਮਾਈਂਡ ਦੇ ਵਿੱਚ ਲੈ ਕੇ ਆਓ, ਤੁਹਾਨੂੰ ਪਤਾ ਲੱਗੇਗਾ ਕਿ ਜੇ RBCs ਦੇ ਉੱਤੇ ਏ ਐਂਟੀਜਨ ਪ੍ਰੈਜ਼ੈਂਟ ਹੈਗੇ ਨੇ ਤਾਂ ਇਹਦਾ ਮਤਲਬ ਉਹਦਾ ਬਲੱਡ ਗਰੁੱਪ ਕਿਹੜਾ ਹੋਣਾ ਚਾਹੀਦਾ ਹੈ? ਏ। ਦੂਸਰਾ ਆਈ ਇਹ ਵੀ ਏ ਟਾਈਪ ਆਫ ਐਂਟੀਜਨ ਦੇ ਰਿਹਾ ਹੈ, ਇਹਦਾ ਮਤਲਬ ਅਕੋਰਡਿੰਗ ਟੂ ਦਿਸ ਇਹਦਾ ਬਲੱਡ ਗਰੁੱਪ ਕਿਹੜਾ ਹੋਣਾ ਚਾਹੀਦਾ ਹੈ? ਏ। ਸੋ ਜਿਹਦੇ ਕੋਲੇ ਜੀਨੋਟਾਈਪ ਆਈ ਏ ਹੋਵੇਗੀ ਉਸ ਦਾ ਬਲੱਡ ਗਰੁੱਪ ਹੋਏਗਾ ਸਾਡੇ ਕੋਲੇ ਏ। ਬਟ ਹੁਣ ਸੈਕੰਡ ਕੇਸ 'ਤੇ ਜਾਓ, ਇੱਥੇ ਮੈਂ ਇੱਕ ਆਈ ਏ ਨੂੰ ਆਈ ਬੀ ਦੇ ਨਾਲ ਕੰਬਾਈਨ ਕਰ ਰਿਹਾ ਹੈ। ਤਾਂ ਹੁਣ ਸਮਝਣ ਵਾਲੀ ਗੱਲ ਹੈ ਬੇਟਾ ਕਿ ਆਈ ਏ ਆਪਣਾ ਐਕਸਪ੍ਰੈਸ਼ਨ ਦੇ ਰਿਹਾ ਹੈ, ਇਹਦੇ ਐਕਸਪ੍ਰੈਸ਼ਨ ਕਰਕੇ ਕਿਹੜੇ ਐਂਟੀਜਨਸ ਆਉਣਗੇ? ਏ ਐਂਟੀਜਨਸ। ਅਤੇ ਜੇ ਏ ਐਂਟੀਜਨਸ ਆ ਜਾਂਦੇ ਹੈ ਤਾਂ ਸਾਡੇ ਕੋਲ ਬਲੱਡ ਗਰੁੱਪ ਕਿਹੜਾ ਹੋਏਗਾ? ਏ। ਬਟ ਆਈ ਬੀ ਵੀ ਤਾਂ ਪ੍ਰੈਜ਼ੈਂਟ ਹੈ। ਜੇ ਆਈ ਬੀ ਪ੍ਰੈਜ਼ੈਂਟ ਹੈ ਤਾਂ ਇਹਦੇ ਕਰਕੇ ਕਿਹੜੇ ਐਂਟੀਜਨਸ ਆ ਗਏ? ਬੀ ਐਂਟੀਜਨਸ ਆ ਗਏ। ਅਤੇ ਬੀ ਐਂਟੀਜਨਸ ਕਰਕੇ ਕਿਹੜਾ ਬਲੱਡ ਗਰੁੱਪ ਹੋਣਾ ਚਾਹੀਦਾ ਹੈ? ਬੀ। ਹੁਣ ਇਹ ਤਾਂ ਇੱਕੋ ਹੀ ਇੰਡੀਵਿਜੂਅਲ ਆ ਗਿਆ, ਉਸੇ ਇੰਡੀਵਿਜੂਅਲ ਦੇ ਵਿੱਚ ਹੀ ਏ ਐਂਟੀਜਨਸ ਵੀ ਬਣ ਗਏ, ਬੀ ਐਂਟੀਜਨਸ ਵੀ ਬਣ ਗਏ। ਜਿਵੇਂ ਮੈਂ ਤੁਹਾਨੂੰ ਪਹਿਲਾਂ ਸਮਝਾ ਚੁੱਕਿਆ ਹਾਂ ਕਿ ਜੇ ਏ ਅਤੇ ਬੀ ਦੋਨੋਂ ਤਰ੍ਹਾਂ ਦੇ ਐਂਟੀਜਨਸ ਪ੍ਰੈਜ਼ੈਂਟ ਹੋਣਗੇ ਤਾਂ ਉਸ ਦਾ ਬਲੱਡ ਗਰੁੱਪ ਹੋਏਗਾ ਏ ਬੀ। ਸੋ ਏ ਬੀ ਬਲੱਡ ਗਰੁੱਪ ਦੇ ਵਿੱਚ ਆਉਂਦੇ ਆਪਣੀ ਇਹ ਗੱਲ ਬਿਲਕੁਲ ਕਲੀਅਰ ਹੋ ਗਈ ਕਿ ਇੱਥੇ ਇੱਕ ਫਿਨੋਮੀਨਾ ਲੱਗ ਰਿਹਾ ਹੈ ਜੈਨੇਟਿਕਸ ਦਾ, ਜਿਸ ਫਿਨੋਮੀਨਾ ਨੂੰ ਅਸੀਂ ਨਾਮ ਦੇ ਰਹੇ ਹਾਂ ਕੋਡੋਮੀਨੈਂਸ ਦਾ। ਕਿਉਂਕਿ ਇੱਕ ਜੀਨ ਦੇ 2 ਵੇਰੀਐਂਟਸ ਹੈਗੇ ਨੇ, ਆਈ ਏ ਐਂਡ ਆਈ ਬੀ, 2 ਅਲੀਲਸ ਹੈਗੇ ਨੇ ਅਤੇ ਦੋਨੋਂ ਅਲੀਲਸ ਹੀ ਆਪਣੇ ਆਪ ਨੂੰ ਐਕਸਪ੍ਰੈਸ ਕਰ ਰਹੇ ਬਿਕੋਜ਼ ਆਫ ਆਈ ਏ ਉਹਦੇ ਕੋਲ ਏ ਐਂਟੀਜਨਸ ਆ ਗਈਆਂ, ਬਿਕੋਜ਼ ਆਫ ਆਈ ਬੀ ਉਹਦੀਆਂ ਬੀ ਐਂਟੀਜਨਸ ਆ ਗਈਆਂ। ਸੋ ਜੇ ਏ ਅਤੇ ਬੀ ਦੋਨੋਂ ਐਂਟੀਜਨਸ ਆ ਰਹੀਆਂ ਇਹਦਾ ਮਤਲਬ ਉਸਦਾ ਬਲੱਡ ਗਰੁੱਪ ਹੋਏਗਾ ਏ ਬੀ। ਸੋ ਏ ਬੀ ਬਲੱਡ ਗਰੁੱਪ ਇਜ਼ ਐਨ ਐਗਜ਼ਾਮਪਲ ਆਫ ਕੋਡੋਮੀਨੈਂਸ। ਤਾਂ ਹੁਣ ਜਿਹੜਾ ਹੈਗਾ ਆਪਾਂ ਫਿਰ ਤੀਸਰੇ ਕੇਸ ਦੇ ਉੱਤੇ ਜਾਂਦੇ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆਈ ਏ ਸਮਾਲ ਆਈ, ਇਸ ਕੇਸ ਦੇ ਵਿੱਚ ਆਈ ਏ ਡੋਮੀਨੈਂਟ ਹੈ, ਆਪਣੇ ਆਪ ਨੂੰ ਐਕਸਪ੍ਰੈਸ ਕਰੇਗਾ ਅਤੇ ਏ ਐਂਟੀਜਨਸ ਦੇਗਾ। ਹੁਣ ਸਮਾਲ ਆਈ ਤਾਂ ਕਿਸੇ ਐਂਟੀਜਨ ਦੇ ਲਈ ਕੋਡ ਹੀ ਨਹੀਂ ਕਰ ਰਿਹਾ, ਕਿਉਂਕਿ ਅਸੀਂ ਇਸ ਗੱਲ ਨੂੰ ਜਾਣਦੇ ਹਾਂ ਕਿ ਸਾਡੇ ਕੋਲ ਇਹ ਹੈਗੇ ਨੇ ਆਈ ਏ ਵਿਚ ਕੋਡਸ ਫॉर ਐਂਟੀਜਨ ਏ, ਆਈ ਬੀ ਕੋਡਸ ਫॉर ਐਂਟੀਜਨ ਬੀ ਐਂਡ ਸਮਾਲ ਆਈ ਇਟ ਡਜ਼ ਨਾਟ ਕੋਡ ਫॉर ਐਨੀ ਐਂਟੀਜਨ। ਤਾਂ ਇਹਦਾ ਮਤਲਬ ਇੱਥੇ ਆਈ ਏ ਜਿਹੜਾ ਹੈਗਾ ਇਹ ਏ ਐਂਟੀਜਨਸ ਦੇ ਰਿਹਾ ਅਤੇ ਸਮਾਲ ਆਈ ਕਰਕੇ ਕੋਈ ਵੀ ਐਂਟੀਜਨ ਨਹੀਂ ਆ ਰਿਹਾ। ਇਹਦਾ ਮਤਲਬ ਇਹਦੇ ਕੋਲ ਇੱਕ ਤਰ੍ਹਾਂ ਦੇ ਐਂਟੀਜਨ ਹੀ ਬਚ ਗਏ, ਏ ਟਾਈਪ ਆਫ ਐਂਟੀਜਨਸ। ਸੋ ਜੇ ਏ ਟਾਈਪ ਆਫ ਐਂਟੀਜਨਸ ਬਚ ਗਏ ਤਾਂ ਇਸਦਾ ਬਲੱਡ ਗਰੁੱਪ ਕੀ ਹੋਏਗਾ? ਏ। ਤਾਂ ਹੁਣ ਨੈਕਸਟ 'ਤੇ ਜਾਂਦੇ ਅਸੀਂ। ਨੈਕਸਟ ਆਪਣੇ ਕੋਲ ਅਗੇਨ ਆਈ ਏ ਅਤੇ ਆਈ ਬੀ, ਇਹਦੇ ਮਿਕਸਚਰ ਨਾਲ ਕੀ ਹੋ ਜਾਏਗਾ? ਆਈ ਏ ਆਈ ਬੀ ਦੋਨੋਂ ਐਕਸਪ੍ਰੈਸ ਕਰ ਜਾਣਗੇ, ਕੋਡੋਮੀਨੈਂਸ ਲੱਗ ਜਾਏਗੀ। ਤਾਂ ਫਿਰ ਇੱਥੇ ਆਈ ਬੀ ਕਰਕੇ ਬੀ ਐਂਟੀਜਨਸ, ਇਹਦੇ ਕਰਕੇ ਵੀ ਬੀ ਐਂਟੀਜਨਸ, ਦੋਨੋਂ ਐਕਸਪ੍ਰੈਸ ਕਰਕੇ ਤਾਂ ਬਲੱਡ ਗਰੁੱਪ ਕੀ ਆ ਗਿਆ? ਬੀ। ਤਾਂ ਹੁਣ ਜਿਹੜੀ ਹੈਗੀ ਨੈਕਸਟ ਐਗਜ਼ਾਮਪਲ ਸਮਝੋ ਅਤੇ ਇਸ ਦੇ ਨਾਲ ਜਿਹੜਾ ਹੈਗਾ ਇੱਕ ਹੋਰ ਫਿਨੋਮੀਨੇ ਵੱਲ ਤੁਹਾਡਾ ਧਿਆਨ ਮੈਂ ਲੈ ਕੇ ਜਾਣਾ ਚਾਹੁੰਦਾ। ਤਾਂ ਹੁਣ ਜਿਹੜਾ ਹੈਗਾ ਆਈ ਬੀ, ਇਹਦੇ ਕਰਕੇ ਐਂਟੀਜਨਸ ਕਿਹੜੇ ਹੁੰਦੇ ਨੇ? ਬੀ। ਸਮਾਲ ਆਈ ਇਹਦੇ ਕਰਕੇ ਕੋਈ ਵੀ ਐਂਟੀਜਨ ਨਹੀਂ ਹੁੰਦਾ। ਇਹਦਾ ਮਤਲਬ ਇਸ ਕੇਸ ਦੇ ਵਿੱਚ ਆਈ ਬੀ ਨੇ ਆਪਣਾ ਐਕਸਪ੍ਰੈਸ਼ਨ ਦਿੱਤਾ ਬੀ ਐਂਟੀਜਨਸ ਦੇ, ਅਤੇ ਸਮਾਲ ਆਈ ਨੇ ਆਪਣਾ ਐਕਸਪ੍ਰੈਸ਼ਨ ਹੀ ਨਹੀਂ ਦਿੱਤਾ, ਕੋਈ ਵੀ ਐਂਟੀਜਨਸ ਨਹੀਂ ਦਿੱਤੇ। ਇਹਦਾ ਮਤਲਬ ਜਿਹੜਾ ਇਹ ਕੇਸ ਹੈ ਬਲੱਡ ਗਰੁੱਪ ਬੀ ਵਾਲਾ, ਇਹ ਕੇਸ ਦੇ ਵਿੱਚ ਇਹ ਲੱਗ ਰਿਹਾ ਕਿ ਆਈ ਬੀ ਜਿਹੜਾ ਹੈਗਾ ਦਿਸ ਇਜ਼ ਡੋਮੀਨੈਂਟ ਓਵਰ ਸਮਾਲ ਆਈ। ਇਹਦਾ ਮਤਲਬ ਸਿੰਪਲ ਲਾਅ ਆਫ ਡੋਮੀਨੈਂਸ ਜਿਵੇਂ ਮੈਂ ਪੜ੍ਹਿਆ ਸੀ ਉਹ ਲਾਅ ਆਫ ਡੋਮੀਨੈਂਸ ਜਿਹੜਾ ਹੈਗਾ ਇੱਥੇ ਸਾਨੂੰ ਵਿਖ ਰਿਹਾ ਹੈ।
ਤਾਂ ਬਿਲਕੁਲ ਉਸੇ ਤਰੀਕੇ ਨਾਲ ਹੀ ਆਈ ਏ ਸਮੋਲ ਆਈ ਇਹਦੇ ਵਿੱਚ ਵੀ ਲਾਅ ਆਫ ਡੋਮੀਨੈਂਸ ਦੀ ਗੱਲ ਹੋ ਰਹੀ ਹੈ। ਫਿਰ ਆਪਣੇ ਕੋਲੇ ਨੈਕਸਟ ਐਗਜ਼ਾਮਪਲ ਹੈ, ਇਹਦੇ ਵਿੱਚ ਵੀ ਉਹੀ ਹੈ ਆਈ ਏ ਐਂਡ ਸਮੋਲ ਆਈ। ਜਿਵੇਂ ਮੰਨਾ ਕਿ ਆਈ ਏ ਕਰਕੇ ਏ ਐਂਟੀਜਨਸ ਆ ਗਏ ਤੇ ਇਹਦੇ ਕਰਕੇ ਕੀ ਆ ਗਿਆ, ਕੋਈ ਵੀ ਐਂਟੀਜਨ ਨਹੀਂ ਹੈ, ਔਰ ਵੀ ਕੈਨ ਸੇ ਦਿਸ ਇਜ਼ ਡੋਮੀਨੈਂਟ ਓਵਰ ਦਿਸ ਸਮੋਲ ਆਈ। ਇਹਦਾ ਮਤਲਬ ਲਾਅ ਆਫ ਡੋਮੀਨੈਂਸ ਦੇ ਅਕੋਰਡਿੰਗਲੀ ਦਾ ਬਲੱਡ ਗਰੁੱਪ ਏ। ਅਗੇਨ ਆਈ ਬੀ ਸਮੋਲ ਆਈ ਲਾਅ ਆਫ ਡੋਮੀਨੈਂਸ ਕਰਕੇ ਬਲੱਡ ਗਰੁੱਪ ਬੀ। ਸਮੋਲ ਆਈ ਦੋਨੋਂ ਹੀ ਰਿਸੈਸਿਵ ਹੈਗੇ ਨੇ, ਐਕਸਪ੍ਰੈਸ ਨਹੀਂ ਕਰ ਸਕੇ ਤੇ ਸਾਡੇ ਗਰੁੱਪ ਏ ਬਲੱਡ ਗਰੁੱਪ ਕਿਹੜਾ ਆ ਗਿਆ, ਬਲੱਡ ਗਰੁੱਪ ਓ। ਤਾਂ ਇਹ ਇੱਕ ਚਾਰਟ ਬਣ ਗਿਆ ਜਿਹ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਬਲੱਡ ਗਰੁੱਪ ਏ ਆ ਜਾਂਦਾ ਹੈ, ਏ ਬੀ ਆ ਜਾਂਦਾ ਹੈ, ਓ ਆ ਜਾਂਦਾ ਹੈ, ਬੀ ਆ ਜਾਂਦਾ ਹੈ। ਤਾਂ ਇਹ 4 ਤਰ੍ਹਾਂ ਦੇ ਬਲੱਡ ਗਰੁੱਪਸ ਕਿਵੇਂ ਬਣਦੇ ਨੇ, ਮੈਂ ਉਮੀਦ ਕਰਦਾ ਤੁਹਾਨੂੰ ਇਹ ਗੱਲ ਚੰਗੇ ਤਰੀਕੇ ਨਾਲ ਸਮਝ ਲੱਗੀ ਹੋਊਗੀ ਕਿ ਬਲੱਡ ਗਰੁੱਪ ਏ ਹੈ, ਬੀ ਹੈ, ਬਲੱਡ ਗਰੁੱਪ ਏ ਬੀ ਹੈ ਐਂਡ ਬਲੱਡ ਗਰੁੱਪ ਓ ਹੈ। ਇਹ ਬਲੱਡ ਗਰੁੱਪ ਜੈਨੇਟਿਕ ਐਂਗਲ ਤੋਂ ਕਿਵੇਂ ਬਣੇ ਉਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਕਿ ਇਹ ਕਾਹਦੇ ਕਰਕੇ, ਬਿਕੋਜ਼ ਆਫ ਪ੍ਰੈਜ਼ੈਂਸ ਆਫ ਏ ਐਂਟੀਜਨਸ। ਪਰ ਇਹ ਐਂਟੀਜਨਸ ਬਣੀਆਂ ਕਾਹਦੇ ਕਰਕੇ ਹੈ, ਇਸ ਅਲੀਲ ਕਰਕੇ ਬਣੀਆਂ ਨੇ। ਆਈ ਬੀ ਕਾਹਦੇ ਕਰਕੇ ਹੈ, ਬੀ ਐਂਟੀਜਨਸ ਕਰਕੇ। ਪਰ ਬੀ ਐਂਟੀਜਨਸ ਬਣੇ ਕਿਉਂ ਨੇ, ਆਈ ਬੀ ਕਰਕੇ ਹੈ। ਇਹ ਕਾਹਦੇ ਕਰਕੇ ਹੈ, ਬੋਥ ਏ ਐਂਡ ਬੀ ਐਂਟੀਜਨਸ। ਪਰ ਦੋਨੋਂ ਏ ਤੇ ਬੀ ਐਂਟੀਜਨਸ ਬਣੇ ਕਿਵੇਂ ਹੈ, ਆਈ ਏ ਆਈ ਬੀ ਕਰਕੇ ਹੈ। ਇਹ ਕਾਹਦੇ ਕਰਕੇ, ਕੋਈ ਵੀ ਐਂਟੀਜਨ ਨਹੀਂ ਹੈ। ਸੋ ਜੈਨੇਟਿਕ ਐਂਗਲ 'ਤੇ ਅਸੀਂ ਕਹਿ ਸਕਦੇ ਹਾਂ ਕਿ ਸਮੋਲ ਆਈ ਦੋਨੋਂ ਜਿਹੜੇ ਹੈਗੇ ਨੇ ਉਹ ਇਕੱਠੇ ਹੋਣਗੇ। ਸੋ ਜੇ ਇਸ ਗ੍ਰਾਫ ਦੀ, ਇਸ ਚਾਰਟ ਦੀ ਜੈਨੇਟਿਕਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਜੈਨੇਟਿਕਸ ਨੂੰ ਸਮਝਣ ਤੋਂ ਬਾਅਦ 'ਚ ਇਹ ਗੱਲ ਬੜੀ ਕਲੀਅਰ ਹੋ ਜਾਂਦੀ ਹੈ ਕਿ ਫਸਟ ਕੇਸ ਦੇ ਵਿੱਚ ਜੈਨੇਟਿਕਸ ਦਾ ਲਾਅ ਲੱਗ ਰਿਹਾ, ਲਾਅ ਆਫ ਡੋਮੀਨੈਂਸ। ਇੱਥੇ ਲੱਗ ਰਿਹਾ ਹੈ ਕੋਡੋਮੀਨੈਂਸ, ਇੱਥੇ ਲੱਗ ਰਿਹਾ ਹੈ ਡੋਮੀਨੈਂਸ। ਦਿਸ ਇਜ਼ ਕੋਡੋਮੀਨੈਂਸ, ਡੋਮੀਨੈਂਸ, 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 ਡੋਮੀਨੈਂਸ। ਇਹ ਵੀ ਡੋਮੀਨੈਂਸ ਦੇ ਵਿੱਚ ਹੀ ਸੀ ਕਿ ਦੋਨੋਂ ਰਿਸੈਸਿਵ ਰਹਿ ਜਾਂਦੇ ਨੇ। ਇਹਦਾ ਮਤਲਬ ਸਿਰਫ ਬਲੱਡ ਗਰੁੱਪ ਏ ਬੀ ਦੇ ਵਿੱਚ ਜਾ ਕੇ ਸਾਡਾ ਜਿਹੜਾ ਪੁਆਇੰਟ ਸੀਗਾ ਕਿ ਬਲੱਡ ਕੋਡੋਮੀਨੈਂਸ ਹੈ, ਉਹ ਬਲੱਡ ਗਰੁੱਪ ਏ ਬੀ ਦੇ ਵਿੱਚ ਜਾ ਕੇ ਕੋਡੋਮੀਨੈਂਸ ਦਾ ਕੰਸੈਪਟ ਜਿਹੜਾ ਹੈਗਾ ਉਹ ਕਲੀਅਰ ਹੁੰਦਾ ਹੈ। ਸੋ ਇਹ ਸੀਗਾ ਸਾਡਾ ਨੈਕਸਟ ਜਿਹੜਾ ਹੈਗਾ, ਜਿਸ ਦਾ ਟੌਪਿਕ ਸੀਗਾ ਸਾਡਾ ਕੋਡੋਮੀਨੈਂਸ। ਸੋ ਕੋਡੋਮੀਨੈਂਸ ਦੇ ਵਿੱਚ ਐਗਜ਼ਾਮਪਲ ਜਿਹੜੀ ਹੈਗੀ ਹੈ ਬਟ ਆਪਣੇ ਕੋਲੇ ਸੀਗੀ, ਕੋਡੋਮੀਨੈਂਸ ਆਲਸੋ ਓਕਰ ਇਨ ਸਮ ਲੈਸ ਵਿਜ਼ੀਬਲ ਟ੍ਰੇਟਸ। ਜਿਵੇਂ ਬਲੱਡ ਟਾਈਪ ਦੇ ਵਿੱਚ ਹੁੰਦਾ ਹੈ, ਏ ਐਂਡ ਬੀ ਅਲੀਲਸ ਫॉर द ਬਲੱਡ ਟਾਈਪ can both be expressed at the same time resulting in type AB blood group। ਇਹਦਾ ਮਤਲਬ ਇੱਕ ਇਹੋ ਜਿਹੀ ਜੀਨੋਟਾਈਪ ਜਿਹੜੀ ਜੀਨੋਟਾਈਪ ਦੇ ਵਿੱਚ ਦੋਨੋਂ ਹੀ ਆਪਣੇ ਆਪ ਨੂੰ ਐਕਸਪ੍ਰੈਸ ਕਰ ਰਹੇ ਨੇ, ਉਹ ਜੀਨੋਟਾਈਪ ਮੇਰੇ ਕੋਲੇ ਹੈ ਆਈ ਏ ਆਈ ਬੀ। ਜਦੋਂ ਦੋਨੋਂ ਐਕਸਪ੍ਰੈਸ ਕਰ ਰਹੇ ਹੈ ਤਾਂ ਇਹ ਸਾਡੇ ਕੋਲੇ ਕੀ ਆ ਗਈ, ਕੋਡੋਮੀਨੈਂਸ। ਬਿਲਕੁਲ ਉਸੇ ਤਰੀਕੇ ਨਾਲ ਜਿਵੇਂ ਆਪਣੇ ਕੋਲੇ ਇਸ ਫਲਾਰ ਦੇ ਵਿੱਚ ਸੀਗਾ ਕਿ ਰੈੱਡ ਤੇ ਵਾਈਟ ਵਾਲੇ ਦੋਨੋਂ ਐਕਸਪ੍ਰੈਸ ਕਰ ਰਹੇ ਸੀ। ਅੱਧੇ ਤੇ ਰੈੱਡ ਐਕਸਪ੍ਰੈਸ ਕਰ ਗਿਆ, ਇੱਥੇ ਕਿਤੇ ਜਾ ਕੇ ਵਾਈਟ ਕਰ ਗਿਆ, ਬਟ ਇੱਥੇ ਨਾ ਤਾਂ ਰੈੱਡ ਐਕਸਪ੍ਰੈਸ ਕਰ ਸਕਿਆ ਤੇ ਨਾ ਹੀ ਵਾਈਟ। ਸੋ ਇਨਕੰਪਲੀਟ ਡੋਮੀਨੈਂਸ ਵਰਸਸ ਕੋਡੋਮੀਨੈਂਸ, ਦੋਨੋਂ ਚੀਜ਼ਾਂ ਤੁਹਾਨੂੰ ਜਿਹੜੀਆਂ ਮੈਂ ਸਮਝਾਈਆਂ ਨੇ। ਤੇ ਨਾਲ ਨਾਲ ਮੈਂ ਕੋਡੋਮੀਨੈਂਸ ਦੇ ਵਿੱਚ ਜਿਹੜੀ ਹੈਗੀ ਜਾ ਕੇ ਤੁਹਾਨੂੰ ਗੱਲ ਕੀਤੀ ਹੈ ਮਲਟੀਪਲ ਅਲੀਲਿਜ਼ਮ ਦੀ। ਮਲਟੀਪਲ ਅਲੀਲਿਜ਼ਮ ਇੱਕ ਵੱਖਰਾ ਟੌਪਿਕ ਹੈ। ਮਲਟੀਪਲ ਅਲੀਲਿਜ਼ਮ ਕੀ ਹੈ, ਜਦੋਂ 2 ਤੋਂ ਜ਼ਿਆਦਾ ਫਾਰਮਸ ਐਗਜ਼ਿਸਟ ਕਰਦੀਆਂ ਨੇ ਬਟ ਪਾਪੂਲੇਸ਼ਨ 'ਚ ਹੋ ਸਕਦੀਆਂ ਨੇ। ਇੱਕ ਇੰਡੀਵਿਜੂਅਲ ਦੇ ਵਿੱਚ ਕੀ ਹੈ, ਓਨਲੀ 2 ਸੱਚ ਅਲੀਲ, ਸਿਰਫ 2 ਹੀ ਇਹੋ ਜਿਹੇ ਅਲੀਲਸ ਪ੍ਰੈਜ਼ੈਂਟ ਹੋਣਗੇ, ਤਾਂ ਇਹ ਮਲਟੀਪਲ ਅਲੀਲਿਜ਼ਮ ਆ ਗਿਆ। ਇਟ ਮੀਨਸ ਜੇ ਮੈਂ ਇੱਥੇ ਗੱਲ ਕਰਾਂ ਇਸ ਕੇਸ ਦੇ ਵਿੱਚ ਬਲੱਡ ਗਰੁੱਪ ਦੇ ਵਿੱਚ, ਤਾਂ ਬਲੱਡ ਗਰੁੱਪ ਜਿਹੜਾ ਹੈਗਾ ਏ ਬੀ ਓ ਟਾਈਪ ਆਫ ਬਲੱਡ ਗਰੁੱਪ ਜਿਹੜਾ ਹੈਗਾ ਇਹਦੇ ਵਿੱਚ 3 ਚੀਜ਼ਾਂ ਲੱਗ ਜਾਂਦੀਆਂ ਨੇ। ਸਭ ਤੋਂ ਪਹਿਲੀ ਗੱਲ ਜਿਹੜੀ ਹੈਗੀ ਆ, ਸਿੰਪਲ ਲਾਅ ਆਫ ਡੋਮੀਨੈਂਸ। ਕੀ ਲਾਅ ਆਫ ਡੋਮੀਨੈਂਸ ਏ ਬੀ ਓ ਬਲੱਡ ਗਰੁੱਪ ਦੇ ਵਿੱਚ ਐਪਲੀਕੇਬਲ ਹੈ? ਯੈਸ। ਕਿੱਥੇ ਐਪਲੀਕੇਬਲ ਹੈ? ਏ ਬਲੱਡ ਗਰੁੱਪ, ਜਿਹੜਾ ਏ ਬਲੱਡ ਗਰੁੱਪ ਬਣਿਆ ਆਈ ਏ ਸਮੋਲ ਆਈ, ਇਹਦੇ ਨਾਲ ਬਣਿਆ ਤਾਂ ਇੱਥੇ ਲਾਅ ਆਫ ਡੋਮੀਨੈਂਸ ਲੱਗਿਆ ਹੈਗਾ। ਤਾਂ ਕੀ ਕੋਡੋਮੀਨੈਂਸ ਹੈਗੀ ਆ ਬਲੱਡ ਗਰੁੱਪਸ ਦੇ ਵਿੱਚ ਐਪਲੀਕੇਬਲ? ਯੈਸ, ਕੋਡੋਮੀਨੈਂਸ ਵੀ ਐਪਲੀਕੇਬਲ ਹੈ। ਕਿੱਥੇ? ਆਈ ਏ ਆਈ ਬੀ ਬਲੱਡ ਗਰੁੱਪ ਏ ਬੀ ਦੇ ਵਿੱਚ ਕੋਡੋਮੀਨੈਂਸ ਐਪਲੀਕੇਬਲ ਹੈਗੀ ਹੈ। ਦੈਨ ਕੀ ਮਲਟੀਪਲ ਅਲੀਲਿਜ਼ਮ ਵੀ ਹੈਗਾ? ਯੈਸ, ਮਲਟੀਪਲ ਅਲੀਲਿਜ਼ਮ ਵੀ ਬਲੱਡ ਗਰੁੱਪ ਦੇ ਵਿੱਚ ਹੈਗਾ। ਸੋ ਜਿਸ ਕਰਕੇ ਬਲੱਡ ਗਰੁੱਪ ਜਿਹੜਾ ਇਨਹੈਰੀਟੈਂਸ ਹੈ ਸਾਡੇ ਕੋਲ ਇੱਕ ਬਹੁਤ ਇੰਪੋਰਟੈਂਟ ਐਗਜ਼ਾਮਪਲ ਬਣ ਕੇ ਸਾਹਮਣੇ ਆਈ ਹੈ। ਇੱਕ ਇਹੋ ਜਿਹੀ ਐਗਜ਼ਾਮਪਲ ਜਿਹਦੇ ਵਿੱਚ ਡੋਮੀਨੈਂਸ ਦਾ ਲਾਅ ਵੀ ਲੱਗ ਗਿਆ, ਕੋਡੋਮੀਨੈਂਸ ਵੀ ਲੱਗ ਗਈ, ਮਲਟੀਪਲ ਅਲੀਲਿਜ਼ਮ ਵੀ ਲੱਗ ਗਿਆ। ਸੋ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਬਹੁਤ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਹੈ ਕਿ ਇਹੋ ਜਿਹੀ ਐਗਜ਼ਾਮਪਲ ਦੱਸੋ ਜਿਹਦੇ ਵਿੱਚ ਡੋਮੀਨੈਂਸ, ਕੋਡੋਮੀਨੈਂਸ ਤੇ ਮਲਟੀਪਲ ਅਲੀਲਿਜ਼ਮ ਸਾਰੇ ਐਪਲੀਕੇਬਲ ਨੇ, ਤੇ ਐਕਸਪਲੇਨ ਕਰੋ ਕਿਵੇਂ। ਤਾਂ ਐਕਸਪਲੇਨ ਤੁਸੀਂ ਕਿਵੇਂ ਕਰੋਗੇ? ਐਕਸਪਲੇਨ ਤੁਸੀਂ ਕਰੋਗੇ ਆਹ ਚੀਜ਼ ਬਣਾ ਕੇ
ਜਿਹਦੇ 'ਚ ਸਾਨੂੰ ਪਤਾ ਲੱਗੂਗਾ ਕਿ ਇੱਥੇ ਆ ਕੇ ਜੀ ਸਾਡਾ ਮਲਟੀਪਲ, ਇੱਥੇ ਆ ਕੇ ਸਾਡਾ ਜਿਹੜਾ ਹੈਗਾ ਮਲਟੀਪਲ ਐਲੀਲਿਜ਼ਮ ਲੱਗ ਗਿਆ, ਇੱਥੇ ਆ ਕੇ ਸਾਡਾ ਲਾਅ ਆਫ ਡੋਮੀਨੈਂਸ ਲੱਗ ਗਿਆ, ਤੇ ਇਸ ਐਗਜ਼ਾਮਪਲ ਦੇ ਵਿੱਚ ਆ ਕੇ ਸਾਡਾ ਕੋਡੋਮੀਨੈਂਸ ਵੀ ਲੱਗ ਗਿਆ। ਸੋ ਸਾਰੀਆਂ ਐਗਜ਼ਾਮਪਲਸ ਕਲੀਅਰ ਹੋ ਗਈਆਂ। ਇਹ ਸੀਗਾ ਆਪਣਾ ਟੌਪਿਕ, ਜਿਹਦੇ ਵਿੱਚ ਮੈਂ ਤੁਹਾਨੂੰ 3 ਚੀਜ਼ਾਂ ਪੜ੍ਹਾਈਆਂ ਨੇ। ਇਨਕੰਪਲੀਟ ਡੋਮੀਨੈਂਸ ਕੀ ਹੈ, ਕੋਡੋਮੀਨੈਂਸ ਕੀ ਹੈ, ਮਲਟੀਪਲ ਐਲੀਲਿਜ਼ਮ ਕੀ ਹੈ। ਇਹਨਾਂ ਨੂੰ ਜੇ ਤੁਸੀਂ ਧਿਆਨ ਨਾਲ ਸਮਝ ਗਏ ਤਾਂ ਇਹਨਾਂ ਦੇ ਬੇਸਡ ਹੀ ਜੋ ਮੈਂ ਅੱਜ ਸਾਰਾ ਕੰਮ ਕਰਵਾਇਆ ਉਸ ਨੂੰ ਰਿਵਾਈਜ਼ ਕਰਵਾਉਣ ਦੇ ਲਈ ਹੀ ਕੁਝ ਕੁਐਸਚਨਸ ਜਿਹੜੇ ਹੈਗੇ ਨੇ ਇਸ ਦੇ ਵਿੱਚੋਂ ਬਣਾਏ ਹੈ। ਜਿਵੇਂ ਸਭ ਤੋਂ ਪਹਿਲਾ ਕੁਐਸਚਨ ਤੁਹਾਡੇ ਕੋਲੇ ਹੈਗਾ ਸਕਰੀਨ ਦੇ ਉੱਤੇ ਕਿ which is not an example of incomplete dominance। incomplete dominance ਦੀ ਕਿਹੜੀ ਐਗਜ਼ਾਮਪਲ ਨਹੀਂ ਹੈਗੀ। ਪਹਿਲਾ ਕੇਸ, ਪਿੰਕ ਫਲਾਵਰਸ ਪ੍ਰੋਡਿਊਸਡ ਫਰੋਮ ਰੈੱਡ ਐਂਡ ਵਾਈਟ। ਰੈੱਡ ਤੇ ਵਾਈਟ ਤੋਂ ਜੇ ਪਿੰਕ ਫਲਾਵਰਸ ਬਣੇ ਹੈ, ਕੀ ਇਹ ਇਨਕੰਪਲੀਟ ਡੋਮੀਨੈਂਸ ਦੀ ਐਗਜ਼ਾਮਪਲ ਹੈ? ਯੈਸ, ਬਿਲਕੁਲ ਇਹ ਇਨਕੰਪਲੀਟ ਡੋਮੀਨੈਂਸ ਦੀ ਐਗਜ਼ਾਮਪਲ ਹੈ। ਆ ਫਲਾਰ ਦੈਟ ਇਜ਼ ਬੋਥ ਰੈੱਡ ਐਂਡ ਵਾਈਟ, ਇੱਕ ਇਹੋ ਜਿਹਾ ਫਲਾਰ ਜਿਹੜਾ ਰੈੱਡ ਵੀ ਹੈ ਤੇ ਵਾਈਟ ਵੀ ਹੈ, ਕਹਿੰਦਾ ਮਤਲਬ ਉਹਦੇ ਕੁਛ ਕੁ ਪੈਟਲਸ ਰੈੱਡ ਨੇ ਤੇ ਕੁਛ ਪੈਟਲਸ ਵਾਈਟ ਨੇ। ਇਟ ਇਜ਼ ਪ੍ਰੋਡਿਊਸਡ ਫਰੋਮ ਰੈੱਡ ਐਂਡ ਵਾਈਟ ਫਲਾਵਰਸ। ਤਾਂ ਇਹ ਇਹੋ ਜਿਹੇ ਫਲਾਵਰਸ ਤੋਂ ਬਣੇ ਹੈ ਜਿਹੜੇ ਫਲਾਰ ਕੀ ਸੀ, ਇੱਕ ਰੈੱਡ ਸੀ, ਰੈੱਡ ਦਾ ਮੈਂ ਕ੍ਰਾਸ ਕਰਵਾਇਆ ਵਾਈਟ ਨਾਲ, ਤਾਂ ਮੇਰੇ ਕੋਲ ਇਹੋ ਜਿਹੇ ਫਲਾਵਰਸ ਬਣੇ ਜਿਹਦੇ ਕੋਲ ਰੈੱਡ ਕਲਰ ਵੀ ਸੀਗਾ ਤੇ ਵਾਈਟ ਕਲਰ ਵੀ ਸੀਗਾ। ਤਾਂ ਹੁਣ ਤੁਸੀਂ ਦੱਸੋ ਮੈਨੂੰ ਕਾਹਦੀ ਐਗਜ਼ਾਮਪਲ ਹੋਈ ਇਹ ਐਗਜ਼ਾਮਪਲ ਹੋਈ ਕੋਡੋਮੀਨੈਂਸ ਦੀ। ਇਹਦਾ ਮਤਲਬ ਦਿਸ ਇਜ਼ ਨਾਟ ਦ ਐਗਜ਼ਾਮਪਲ ਆਫ ਇਨਕੰਪਲੀਟ ਡੋਮੀਨੈਂਸ। ਸੋ ਬੀ ਆਪਸ਼ਨ ਆਉਂਦੀ ਹੈ। ਬਟ ਉਸ 'ਤੇ ਜਾਣ ਤੋਂ ਪਹਿਲਾਂ ਆਪਾਂ ਅਗਲਾ ਵੀ ਦੇਖ ਲੈਂਦੇ ਹਾਂ। ਕਰਲੀ ਹੇਅਰਡ ਐਂਡ ਸਟ੍ਰੇਟ ਹੇਅਰ ਇੰਡੀਵਿਜੂਅਲਸ ਪ੍ਰੋਡਿਊਸਿੰਗ ਦਾ ਵੇਵੀ ਹੇਅਰਡ ਆਫਸਪ੍ਰਿੰਗ। ਇਹਦਾ ਮਤਲਬ ਇਹਨਾਂ ਦੋਨਾਂ ਦੇ ਇਨ ਬਿਟਵੀਨ ਜੀ ਕੰਡੀਸ਼ਨ ਆ ਗਈ ਇਹ। ਜੇ ਤੁਹਾਨੂੰ ਇਹ ਨਹੀਂ ਵੀ ਪਤਾ ਨਾ ਕਿ ਆਹ ਕਰਲੀ ਆ ਸਟ੍ਰੇਟ ਆ ਤਾਂ ਵੇਵੀ ਹੈਗੇ ਵੀ ਇਨ ਬਿਟਵੀਨ ਜੇ ਹੈਗੇ ਕਿ ਨਹੀਂ, ਚਲੋ ਨਹੀਂ ਵੀ ਪਤਾ ਫਿਰ ਵੀ ਸਾਡੇ ਕੋਲ ਇੱਕ ਨਵੇਂ ਟਾਈਪ ਦੀ ਫਿਨੋਟਾਈਪ ਤਾਂ ਆ ਗਈ ਨਾ। ਨਵੇਂ ਟਾਈਪ ਦੀ ਫਿਨੋਟਾਈਪ ਕਾਹ 'ਚ ਆਉਂਦੀ ਹੁੰਦੀ ਹੈ? ਇਨਕੰਪਲੀਟ ਡੋਮੀਨੈਂਸ ਦੇ ਵਿੱਚ। ਸੋ ਇਹ ਵੀ ਇਨਕੰਪਲੀਟ ਡੋਮੀਨੈਂਸ ਦੀ ਐਗਜ਼ਾਮਪਲ ਹੈ। ਇੱਕ ਹਾਈਲੀ ਸਪੋਟਡ ਡੌਗ ਹੈ ਜਿਹਦੇ ਬਹੁਤ ਜ਼ਿਆਦਾ ਸਪੋਟਸ ਨੇ, ਤੇ ਇੱਕ ਇਹੋ ਜਿਹਾ ਜਿਹੜਾ ਨੋਨ ਸਪੋਟਡ ਹੈ ਜਿਹਦੇ 'ਤੇ ਸਪੋਟ ਨਹੀਂ ਹੈਗੇ, ਤਾਂ ਉਹਨੇ ਇਹੋ ਜਿਹੇ ਪਾਪੀਜ਼ ਪ੍ਰੋਡਿਊਸ ਕੀਤੇ ਜਿਨ੍ਹਾਂ ਕੋਲ ਫਿਊ ਸਪੋਟਸ ਨੇ। ਬਹੁਤ ਜ਼ਿਆਦਾ ਵਾਲਾ ਅਤੇ ਬਿਨਾਂ ਸਪੋਟਸ ਵਾਲੇ ਦਾ ਕੰਬੀਨੇਸ਼ਨ ਇਨ ਬਿਟਵੀਨ ਹੀ ਆ ਗਿਆ ਨਾ, ਤਾਂ ਇਹ ਵੀ ਕੀ ਹੋ ਗਿਆ ਆਪਣੇ ਕੋਲੇ ਇਨਕੰਪਲੀਟ ਡੋਮੀਨੈਂਸ ਦੀ ਐਗਜ਼ਾਮਪਲ ਹੋ ਗਈ। ਸੋ ਆਪਸ਼ਨ ਬੀ ਇਸ ਦਾ ਕਰੈਕਟ ਆਂਸਰ ਬਣਦਾ ਹੈ। ਦੈਨ ਇੱਕ ਕੁਐਸਚਨ ਹੈ, ਮੈਂ ਇਸ ਦਾ ਆਂਸਰ ਨਹੀਂ ਦਿੱਤਾ, ਤੁਹਾਡੇ ਲਈ ਕੁਐਸਚਨ ਹੈ। ਆ ਰੋਜ਼ ਸ਼ੋਜ਼ ਇਨਕੰਪਲੀਟ ਡੋਮੀਨੈਂਸ। ਇੱਕ ਰੋਜ਼ ਦੇ ਵਿੱਚ ਇਨਕੰਪਲੀਟ ਡੋਮੀਨੈਂਸ ਹੈ ਜੀ, ਕਹਿੰਦਾ ਆਪ ਹੀ ਦੱਸਦਾ ਕਿਵੇਂ ਹੈ। ਇੱਕ ਰੈੱਡ ਫਲਾਵਰ ਪਲਾਂਟ ਹੈ, ਉਹਨੂੰ ਇੱਕ ਵਾਈਟ ਫਲਾਵਰ ਨਾਲ ਕ੍ਰਾਸ ਕਰਾਇਆ ਤਾਂ ਕਿਹੜੇ ਆਉਣਗੇ? ਪਿੰਕ ਫਲਾਵਰਸ ਆ ਜਾਣਗੇ ਵਿਦ ਫਿਨੋਟਾਈਪ ਆਰ। ਫਿਨੋਟਾਈਪ ਵੀ ਦੱਸਤੀ ਵਿਦ ਜੀਨੋਟਾਈਪ ਆਰ। ਇਹ ਜੀਨੋਟਾਈਪ ਲਿਖਣਾ ਚਾਹੀਦਾ ਸੀ। ਇਫ ਥੀਸ ਪਿੰਕ ਇੰਡੀਵਿਜੂਅਲਸ ਆਰ ਕ੍ਰਾਸ ਬ੍ਰੈਡ। ਹੁਣ ਮੇਰਾ ਕੁਐਸਚਨ ਇਹ ਹੈ ਕਿ ਜੇ ਮੈਂ ਨਾ ਪਿੰਕ ਨੂੰ ਆਪਸ ਦੇ ਵਿੱਚ ਕ੍ਰਾਸਿੰਗ ਕਰਵਾ ਦਾਂ, ਵਟ ਵਿਲ ਬੀ ਦ ਰੇਸ਼ੀਓ ਆਫ ਦੇਅਰ ਆਫਸਪ੍ਰਿੰਗ। ਤਾਂ ਇੱਕ ਰੈੱਡ ਨੂੰ ਪਿੰਕ ਨਾਲ ਕਰਵਾਇਆ, ਸੌਰੀ ਰੈੱਡ ਨੂੰ ਵਾਈਟ ਨਾਲ ਕਰਵਾਇਆ ਤਾਂ ਪਿੰਕ ਆ ਗਏ। ਹੁਣ ਉਹ ਕਹਿੰਦਾ ਕਿ ਮੈਂ ਪਿੰਕ ਦਾ ਆਪਸ ਦੇ ਵਿੱਚ ਕ੍ਰਾਸ ਕਰਵਾਉਣਾ ਹੈ, ਤਾਂ ਰੇਸ਼ੀਓ ਕੀ ਆਊਗੀ ਆਫਸਪ੍ਰਿੰਗ ਦੀ? ਮੈਂ ਹੁਣੇ ਕਰਵਾ ਕੇ ਹਟਿਆ ਟੌਪਿਕ ਦੇ ਵਿੱਚ, ਤੁਸੀਂ ਕਰਨਾ ਕ੍ਰਾਸ ਬਣਾ ਕੇ ਦੇਖਣਾ ਅਤੇ ਆਨਸਰ ਜਿਹੜਾ ਹੈਗਾ ਇਸ ਦਾ ਫਾਈਂਡ ਕਰਨਾ ਹੈ। ਵਿਚ ਆਫ ਦ ਫੋਲੋਇੰਗ ਇਜ਼ ਨਾਟ ਐਨ ਐਗਜ਼ਾਮਪਲ ਆਫ ਕੋਡੋਮੀਨੈਂਸ। ਇਹਨਾਂ 'ਚੋਂ ਕੋਡੋਮੀਨੈਂਸ ਦੀ ਕਿਹੜੀ ਐਗਜ਼ਾਮਪਲ ਨਹੀਂ ਹੈਗੀ? ਇਹਦਾ ਮਤਲਬ ਇਹ 4 ਐਗਜ਼ਾਮਪਲਸ ਨੇ, 3 ਕੋਡੋਮੀਨੈਂਸ ਦੀਆਂ ਐਗਜ਼ਾਮਪਲਸ ਨੇ ਅਤੇ 1 ਕੋਡੋਮੀਨੈਂਸ ਦੀ ਐਗਜ਼ਾਮਪਲ ਨਹੀਂ ਹੈਗੀ। A child of parent with blood group A and B who has AB blood type। ਇੱਕ ਜਿਹੜਾ ਹੈਗਾ ਬੱਚਾ ਉਹਦਾ ਬਲੱਡ ਗਰੁੱਪ AB ਆ, ਉਹਦੇ ਫਾਦਰ ਦਾ A ਸੀ, ਮਦਰ ਦਾ B ਸੀ, ਤਾਂ A ਤੇ B ਦੋਨੋਂ ਐਕਸਪ੍ਰੈਸ ਕਰਕੇ ਦਿਸ ਇਜ਼ ਕੋਡੋਮੀਨੈਂਸ। ਇੱਕ ਰੈੱਡ ਕਾਓ ਦਾ ਵਾਈਟ ਕਾਓ ਨਾਲ ਕ੍ਰਾਸ ਕਰਾਇਆ ਜਾਂਦਾ ਹੈ, ਤਾਂ ਇੱਕ ਆਪਣੇ ਕੋਲ ਜਿਹੜਾ ਰੌਨ ਕੋਟ ਬਣ ਜਾਂਦਾ ਜਿਹਦੇ ਕੋਲ ਰੈੱਡ ਤੇ ਵਾਈਟ ਹੇਅਰ ਦੋਨੋਂ ਹੀ ਹੈਗੇ ਨੇ, ਫੋਟੋਗ੍ਰਾਫ ਵੀ ਦਿਖਾਇਆ ਸੀ, ਦਿਸ ਇਜ਼ ਕੋਡੋਮੀਨੈਂਸ। A child of the parent with blue eyes and a parent with brown eyes who has brown eyes। ਤਾਂ ਇਹਦੇ ਵਿੱਚ ਕੀ ਆਪਣੇ ਕੋਲ ਇਸ ਕੇਸ ਦੇ ਵਿੱਚ ਜਿਹੜਾ ਦਿੱਤਾ, ਤਾਂ ਉਹ ਕਹਿੰਦਾ ਕਿ ਇੱਕ ਬੱਚਾ ਹੈਗਾ, ਉਸ ਦਾ ਜਿਹੜਾ ਹੈਗਾ ਬਰਾਊਨ ਆਈਜ਼ ਨੇ ਉਸ ਦੀਆਂ, ਅਤੇ ਉਹਦਾ ਜਿਹੜਾ ਫਾਦਰ ਸੀ ਉਸ ਦੀਆਂ ਬਲੂ ਆਈਜ਼ ਸੀ, ਮਦਰ ਦੀਆਂ ਬਰਾਊਨ ਆਈਜ਼ ਸੀ, ਤਾਂ ਬੱਚੇ ਦੀਆਂ ਬਰਾਊਨ ਆ ਗਈਆਂ। ਇਹਦਾ ਮਤਲਬ ਇਹ ਜਿਹੜਾ ਹੈਗਾ ਸਿੰਪਲ ਡੋਮੀਨੈਂਸ ਇਸ ਦੇ ਵਿੱਚ ਹੋ ਸਕਦਾ, ਬਟ ਇੱਥੇ ਕੋਡੋਮੀਨੈਂਸ ਨਹੀਂ ਹੈਗਾ। ਆ ਫਲਾਰ ਆਫਸਪ੍ਰਿੰਗ ਆਫ ਦਾ ਰੈੱਡ ਅਤੇ ਵਾਈਟ ਜਿਹੜੇ ਹੈਗੇ ਨੇ ਉਹਨਾਂ ਦਾ ਕ੍ਰਾਸ ਕਰਾਇਆ ਜਾਂਦਾ ਅਤੇ ਕਿਹੋ ਜਿਹਾ ਫਲਾਰ ਬਣ ਗਿਆ ਵਿੱਚ ਹੈ ਬੋਥ ਰੈੱਡ ਐਂਡ ਵਾਈਟ ਪੈਟਲਸ। ਅਗੇਨ ਦਿਸ ਇਜ਼ ਕੋਡੋਮੀਨੈਂਸ। ਇਹਦਾ ਮਤਲਬ ਜੇ ਅਸੀਂ ਇਸ ਕੁਐਸਚਨ ਦਾ ਆਨਸਰ ਦੇਣਾ ਹੈ ਤਾਂ ਸਾਡਾ ਜਿਹੜਾ ਹੈਗਾ ਆਨਸਰ ਇਸ ਦਾ ਬਣਦਾ ਹੈਗਾ ਆਪਸ਼ਨ ਸੀ। ਸੋ ਬੇਟਾ ਇਹ ਕੁਝ ਕੁਐਸਚਨਸ ਮੈਂ ਨਾਲ ਜਾਣਬੁੱਝ ਕੇ ਇਸ ਕਰਕੇ ਲਏ ਹੈ ਕਿਉਂਕਿ ਟੌਪਿਕ ਕੰਪਲੀਟ ਹੋ ਜਾਂਦਾ 4-5 ਦਿਨਾਂ ਬਾਅਦ। ਜਦੋਂ ਮੈਂ ਟੈਸਟ ਰੱਖਦਾ ਤਾਂ ਕਈ ਵਾਰੀ ਮਾਈਂਡ 'ਚ ਗੱਲ ਨਹੀਂ ਆਉਂਦੀ, ਤਾਂ ਇਹ ਅੱਜ ਦੇ ਪੂਰੇ ਟੌਪਿਕ ਦਾ ਨਿਚੋੜ ਨੇ ਜਿਹੜੇ ਕੁਐਸਚਨਸ ਮੈਂ ਬਣਾਏ ਨੇ, ਇਸ ਤਰੀਕੇ ਨਾਲ ਡਿਜ਼ਾਈਨ ਕੀਤੇ ਹੈ।
मैं इसे करके ही 4 ऑप्शनस लईਆਂ ਨੇ ਜਿਨ੍ਹਾਂ ਦੇ ਵਿੱਚੋਂ 3 ਠੀਕ ਹੋਣ ਤਾਂ ਕਿ ਤੁਹਾਨੂੰ ਸਾਰੀਆਂ ਪੜ੍ਹਨੀਆਂ ਪੈਣ ਤੇ ਤੁਹਾਨੂੰ 3 ਐਗਜ਼ਾਮਪਲਸ ਇਸ ਦੀਆਂ ਯਾਦ ਹੋ ਜਾਣ ਕੋਡੋਮੀਨੈਂਸ ਦੀ। ਇਸ ਤਰੀਕੇ ਨਾਲ ਮੈਂ ਡਿਜ਼ਾਈਨ ਕੀਤੀਆਂ ਨੇ। ਸੋ ਨੈਕਸਟ ਆਪਣੇ ਕੋਲੇ ਹੈਗਾ ਵਿਚ ਆਫ ਦਾ ਫੋਲੋਇੰਗ ਬਲੱਡ ਗਰੁੱਪ ਇਜ਼ ਰਿਸੈਸਿਵ ਟ੍ਰੇਟ। ਸੋ ਇਹ ਤੁਸੀਂ ਦੱਸਣਾ ਬਲੱਡ ਗਰੁੱਪ A ਹੈ, B ਹੈ, O ਹੈ, AB ਹੈ, ਇਹਨਾਂ ਦੇ ਵਿੱਚੋਂ ਕਿਹੜਾ ਰਿਸੈਸਿਵ ਹੈਗਾ ਇਹ ਤੁਸੀਂ ਦੱਸਣਾ ਹੈਗਾ, ਤੁਹਾਨੂੰ ਪਤਾ ਹੋਣਾ ਚਾਹੀਦਾ। ਸੋ ਇਸ ਤੋਂ ਨੈਕਸਟ ਜਿਹੜਾ ਹੈਗਾ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਦਾ ਟਰੂ ਆਫ ਦਾ ਡੋਮੀਨੈਂਟ ਜੀਨਸ। ਇਹਨਾਂ 'ਚੋਂ ਕਿਹੜਾ ਟਰੂਲੀ ਡੋਮੀਨੈਂਟ ਨਹੀਂ ਹੈਗਾ। ਡੋਮੀਨੈਂਟ ਵਾਸਤੇ ਕਿਹੜੀ ਚੀਜ਼ ਟਰੂ ਨਹੀਂ ਹੈਗੀ, ਡੋਮੀਨੈਂਟ ਜੀਨਸ ਦੀ ਗੱਲ ਕਰ ਰਹੇ ਹਾਂ। ਡੋਮੀਨੈਂਟ ਜੀਨਸ ਆਰ ਆਲਵੇਜ਼ ਐਕਸਪ੍ਰੈਸਡ wherever they are present। ਡੋਮੀਨੈਂਟ ਆਪਣੇ ਆਪ ਨੂੰ ਹਮੇਸ਼ਾ ਐਕਸਪ੍ਰੈਸ ਕਰਦੇ ਜਿੱਥੇ ਵੀ ਪ੍ਰੈਜ਼ੈਂਟ ਹੈ। ਦੇਖੋ ਜੀ ਮੈਂ 2 ਹੀ ਕੇਸ ਦਿੱਤੇ ਹੈ, ਇੱਕ ਕਿਹੜਾ ਹੈਗਾ ਕੰਪਲੀਟ ਡੋਮੀਨੈਂਸ, ਇੱਕ ਜਿਹੜਾ ਹੈਗਾ ਆਪਣੇ ਕੋਲੇ ਕੋਡੋਮੀਨੈਂਸ, ਇੱਕ ਤੀਸਰਾ ਇਨਕੰਪਲੀਟ ਡੋਮੀਨੈਂਸ। ਤਾਂ ਤਿੰਨਾਂ ਦੇ ਵਿੱਚ ਹੀ ਡੋਮੀਨੇਟ ਤਾਂ ਕਰ ਰਹੇ ਹੈ ਨਾ, ਕੰਪਲੀਟਲੀ ਕਰ ਰਹੇ ਹੈ, ਇਨਕੰਪਲੀਟਲੀ ਕਰ ਰਹੇ ਹੈ। ਦੂਸਰਾ ਕੀ ਹੈ, ਅ ਡੋਮੀਨੈਂਟ ਜੀਨ ਵਿਲ ਓਵਰਪਾਵਰ ਆਲ ਅਦਰ ਜੀਨਸ ਟੂ ਬੀ ਦਾ ਓਨਲੀ ਵਨ ਐਕਸਪ੍ਰੈਸਡ। ਦੂਜੀ ਗੱਲ ਕਹਿੰਦਾ ਕਿ ਇੱਕ ਡੋਮੀਨੈਂਟ ਜੀਨ ਬਾਕੀ ਸਾਰਿਆਂ ਨੂੰ ਓਵਰਪਾਵਰ ਕਰ ਜਾਂਦਾ ਅਤੇ ਆਪਣੇ ਆਪ ਨੂੰ ਇਕੱਲੇ ਐਕਸਪ੍ਰੈਸ ਕਰਦਾ। ਇਹ ਬਿਲਕੁਲ ਗਲਤ ਹੈ, ਇਹ ਹਮੇਸ਼ਾ ਦੂਜਿਆਂ ਨੂੰ ਓਵਰਪਾਵਰ ਨਹੀਂ ਕਰਦਾ ਹੈਗਾ। ਕੋਡੋਮੀਨੈਂਸ ਦੇ ਵਿੱਚ ਇਹ ਦੂਸਰਿਆਂ ਦੇ ਉੱਤੇ ਓਵਰਪਾਵਰ ਨਹੀਂ ਕਰਦਾ, ਆਪਣੇ ਆਪ ਨੂੰ ਐਕਸਪ੍ਰੈਸ ਕਰਦਾ ਪਰ ਦੂਜੇ ਨੂੰ ਵੀ ਐਕਸਪ੍ਰੈਸ ਕਰਨ ਦਾ ਮੌਕਾ ਦਿੰਦਾ। ਤੀਸਰਾ, 2 ਡੋਮੀਨੈਂਟ ਜੀਨਸ ਕੈਨ ਬੀ ਐਕਸਪ੍ਰੈਸਡ ਟੂਗੈਦਰ ਇਨ ਦ ਸਿਚੁਏਸ਼ਨ ਆਫ ਕੋਡੋਮੀਨੈਂਸ। ਬਿਲਕੁਲ ਠੀਕ ਗੱਲ ਹੈ ਜੀ ਕਿ ਇਹ ਜਿਹੜੇ ਹੈਗੇ ਨੇ ਇਕੱਠੇ ਐਕਸਪ੍ਰੈਸ ਕਰ ਸਕਦੇ ਆ। ਸੋ ਇਹਨਾਂ ਦੇ ਵਿੱਚੋਂ ਜਿਹੜੀ ਆਪਸ਼ਨ B ਜਿਹੜੀ ਹੈਗੀ ਇਹ ਗੱਲ ਸਹੀ ਨਹੀਂ ਹੈਗੀ, ਇਹ ਜਿਹੜਾ ਹੈਗਾ ਹਮੇਸ਼ਾ ਓਵਰਪਾਵਰ ਨਹੀਂ ਕਰਦਾ। ਸੋ ਇਹਦਾ ਮਤਲਬ ਇਸ ਦਾ ਆਨਸਰ ਜਿਹੜਾ ਹੈਗਾ ਉਹ B ਆ ਜਾਂਦਾ। ਦਿਸ ਇਜ਼ ਨੋਟ ਟਰੂ ਅਬਾਊਟ ਦਾ ਡੋਮੀਨੈਂਟ ਜੀਨਸ। ਇਸ ਤਰ੍ਹਾਂ ਦੇ ਕੁਝ ਕੁਐਸਚਨ ਸੀਗੇ ਜਿਹੜੇ ਕੁਐਸਚਨਸ ਅੱਜ ਆਪਾਂ ਡਿਸਕਸ ਕੀਤੇ ਹੈ। ਸੋ ਇਸ ਦੇ ਨਾਲ ਹੀ ਆਪਣਾ ਟੌਪਿਕ ਜਿਹੜਾ ਅੱਜ ਦਾ ਸੀਗਾ ਕੋਡੋਮੀਨੈਂਸ, ਇਨਕੰਪਲੀਟ ਡੋਮੀਨੈਂਸ ਅਤੇ ਮਲਟੀਪਲ ਅਲੀਲਿਜ਼ਮ ਇਹ ਖਤਮ ਹੋ ਗਿਆ। ਇਸ ਦੀਆਂ ਮੈਂ ਐਗਜ਼ਾਮਪਲਸ ਦਿੱਤੀਆਂ। ਬਲੱਡ ਗਰੁੱਪ ਦੇ ਨਾਲ ਰਿਲੇਟਡ ਹੋਰ ਬਹੁਤ ਸਾਰੇ ਕੁਐਸਚਨਸ ਆਉਣਗੇ ਜਿਹੜੇ ਤੁਹਾਡੇ ਨਾਲ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕੀਤੇ ਜਾਣਗੇ, ਪਰ ਉਦੋਂ ਤੱਕ ਬਲੱਡ ਗਰੁੱਪ ਨੂੰ ਤੁਸੀਂ ਕੰਪਲੀਟਲੀ ਸਮਝ ਲਓ। ਫਿਰ ਮੈਂ ਤੁਹਾਨੂੰ ਕੁਐਸਚਨਸ ਦਊਂਗਾ ਕਿ ਫਾਦਰ ਦਾ ਬਲੱਡ ਗਰੁੱਪ ਇਹ ਹੈ, ਮਦਰ ਦਾ ਬਲੱਡ ਗਰੁੱਪ ਇਹ, ਕੀ ਪੋਸੀਬਿਲਿਟੀਜ਼ ਬਣਦੀਆਂ ਨੇ ਬੱਚੇ ਦੇ ਬਲੱਡ ਗਰੁੱਪ ਦੀਆਂ। ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਕੁਐਸਚਨਸ ਜਿਹੜੇ ਹੈਗੇ ਨੇ ਉਹ ਆਪਾਂ ਡਿਸਕਸ ਕਰਨੇ ਹੈ। ਸੋ ਕੰਟੀਨਿਊਸਲੀ ਲੈਕਚਰ ਲੈਣ ਦੇ ਲਈ ਜੁੜੇ ਰਹੋ ਲਰਨਰਸ GSS ਬੋਹਾ ਦੇ ਨਾਲ। ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਕਿਸੇ ਵੀ ਸਟੂਡੈਂਟ ਨੂੰ ਕੋਈ ਪ੍ਰੋਬਲਮ ਆਉਂਦੀ ਹੈ, ਕੁਝ ਕਲੀਅਰ ਕਰਨਾ, ਤਾਂ ਮੇਰੇ ਨਾਲ ਮੇਰੇ WhatsApp ਨੰਬਰ ਦੇ ਉੱਤੇ ਕੰਟੈਕਟ ਕਰ ਸਕਦਾ ਹੈ। ਥੈਂਕ ਯੂ ਵੈਰੀ ਮਚ। ਸਟੇ ਹੋਮ, ਸਟੇ ਸੇਫ।